6 ਜਾਂ 8 ਘੰਟੇ ਦੀ ਨੀਂਦ ਲਈ ਉਸ ਤੋਂ ਬਾਅਦ ਫਰੈਸ਼ ਹੋਣ ਦੀ ਥਾਂ ਤੇ ਬੰਦੇ ਦੀ ਸਾਰੀ ਪਿੱਠ ਹੈਗੀ ਹੈ ਜਿਹੜੀ ਉਹ ਬਿਲਕੁਲ ਆਕੜੀ ਪਈ ਹੁੰਦੀ ਹੈ ਤੇ ਪਾਸਾ ਵੀ ਨਹੀਂ ਲੈ ਹੁੰਦਾ। ਔਰ ਕਈ ਵਾਰ ਹੁੰਦਾ ਹੈ ਕਿ ਪਾਸਾ ਜੇ ਲੈ ਲਵੇ ਤਾਂ ਚੀਕਾਂ ਨਿਕਲ ਜਾਂਦੀਆਂ ਨੇ। ਉਹਦਾ ਕਾਰਨ ਵੀ ਕਿਤੇ ਨਾ ਕਿਤੇ ਮਾੜੇ ਗੱਦੇ ਹੁੰਦੇ ਨੇ। ਰਾਤ ਨੂੰ ਸੌਂ ਕੇ ਸਵੇਰੇ ਅਨਕੰਫਰਟੇਬਲ ਉੱਠਣਾ, ਬੇਆਰਾਮੀ 'ਚ ਉੱਠਣਾ, ਉਹ ਵਾਰਨਿੰਗ ਆ, ਚੇਤਾਵਨੀ ਹੈ ਕਿ ਦਿੱਕਤ ਆਊਗੀ। ਦਿੱਕਤ ਗੱਦਿਆਂ ਦੀ ਆ। ਹਨੇਰੇ 'ਚ ਸੋਟੀਆਂ ਮਾਰਨ ਵਾਲਾ ਕੰਮ ਹੁੰਦਾ ਹੈ। ਦਿੱਕਤ ਕਿਤੇ ਹੁੰਦੀ ਹੈ, ਲੱਭ ਅਸੀਂ ਕਿਤੇ ਰਹੇ ਹੁੰਦੇ ਹਾਂ। ਦਿੱਕਤ ਗੱਦਿਆਂ ਦੇ ਵਿੱਚ ਹੁੰਦੀ ਹੈ। ਅਸੀਂ ਕਰਵਾਉਂਦੇ ਐਕਸਰੇ ਫਿਰਦੇ ਹਾਂ, ਕਰਵਾਉਂਦੇ MRI ਹੁੰਦੇ। ਹਰ ਘਰ 'ਚ ਹਰ ਬੰਦਾ ਪਰੇਸ਼ਾਨ ਆ ਢੂਈ ਦੀ ਦਰਦ ਤੋਂ, ਸਰਵਾਈਕਲ ਤੋਂ। ਡਾਕਟਰਾਂ ਕੋਲ ਭੱਜੇ ਫਿਰਦੇ ਆ, ਕੋਈ ਕੁਛ ਕਰਵਾ ਰਿਹਾ, ਕੋਈ ਥੈਰੇਪੀਆਂ ਕਰਵਾ ਰਿਹਾ, ਕੋਈ ਇੰਜੈਕਸ਼ਨ ਲੈ ਰਿਹਾ, ਈਵਨ ਇੱਥੋਂ ਤੱਕ ਕਿ ਆਪਰੇਸ਼ਨਾਂ ਤੱਕ ਦੀ ਨੌਬਤ ਆਈ ਹੋਈ ਆ। ਪਰ ਮੈਂ ਜਦੋਂ MRIਆਂ ਲੋਕਾਂ ਦੀਆਂ ਚੈੱਕ ਕਰਦਾ ਤਾਂ ਉਹਦੇ ਵਿੱਚ ਆਉਂਦਾ ਕਿ ਇਹਨਾਂ ਦੇ ਡਿਸਕ ਬਲਜ ਹੋ ਗਈ। ਇਹ ਕਰਵੀ ਹੁੰਦੀ ਹੈ ਸਪਾਈਨ। ਜੇ ਆਪਾਂ ਕਿਸੇ ਬੰਦੇ ਨੂੰ ਖੜਾ ਕਰ ਲਈਏ ਤਾਂ ਉਹਦੀ ਢੂਈ ਸੈਂਟਰ ਤੋਂ ਅੰਦਰ ਨੂੰ ਹੋਊਗੀ, ਹਿੱਪ ਵਾਲੇ ਏਰੀਆ ਤੋਂ ਬਾਹਰ ਨੂੰ ਹੋਊਗੀ ਤੇ ਮੋਢਿਆਂ ਵਾਲੇ ਏਰੀਆ ਤੋਂ ਵੀ ਬਾਹਰ ਨੂੰ ਹੋਊਗੀ। ਇਹ ਬੇਸਿਕਲੀ ਬਿਲਕੁਲ ਸਹੀ ਪੈਟਰਨ ਹੁੰਦਾ ਜੋ ਸਪਾਈਨ ਹੁੰਦੀ ਹੈ। ਡਾਕਟਰ ਐਡਵਾਈਸ ਦਾ ਹੀ ਸਰਾਣਾ ਵਾ। ਸਰਾਣੇ ਦਾ ਵੀ ਬਹੁਤ ਵੱਡਾ ਰੋਲ ਆ। 100% ਜਿੰਨੇ ਲੋਕ ਸਰਾਣੇ ਵਰਤ ਰਹੇ ਆ ਉਹਦੇ ਵਿੱਚੋਂ 90% ਲੋਕ ਗਲਤ ਸਰਾਣਾ ਇਸਤੇਮਾਲ ਕਰ ਜਾਂਦੇ ਆ। ਡਾਇਰੈਕਟ ਗੱਲਾਂ ਕਰਾਂਗੇ ਤਾਂ ਉਹ ਥੋੜੀਆਂ ਨੇ, ਪਰ ਇਨਡਾਇਰੈਕਟ ਗੱਲਾਂ ਕਰਾਂਗੇ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਨੇ। ਇਨਡਾਇਰੈਕਟ ਤਾਂ ਬੰਦੇ ਨੂੰ ਹਾਰਟ ਅਟੈਕ ਵੀ ਆ ਸਕਦਾ। ਗੱਦਿਆਂ ਦਾ ਜ਼ਿੰਦਗੀ ਦੇ ਵਿੱਚ ਰੋਲ ਕੀ ਹੈ? ਕੋਈ ਬਹੁਤੀ ਜ਼ਿਆਦਾ ਅਸੀਂ ਅਹਿਮੀਅਤ ਨਹੀਂ ਦਿੰਦੇ ਗੱਦਿਆਂ ਨੂੰ। ਤੇ ਇਹ ਗੱਦਾ ਸਾਡੇ ਸਰੀਰ ਨੂੰ ਸੂਟੇਬਲ ਹੈ, ਮੇਰੀ ਸਪਾਈਨ ਨੂੰ ਸੂਟੇਬਲ ਹੈ, ਮੇਰੇ ਸਰੀਰ ਸਕਿਨ ਨੂੰ ਵੀ ਦਿੱਕਤ ਆਉਂਦੀ ਹੈ ਗੱਦੇ ਨਾਲ। ਮੈਂ ਤੁਹਾਨੂੰ ਦੱਸ ਦੇਣਾ ਹੁਣੇ। ਜਿੰਨਾ ਗੱਦਾ ਸਸਤਾ ਵਾ ਉਨੀ ਉਹਦੀ ਜ਼ਿਆਦਾ ਗਰੰਟੀ ਆ। ਉਹ ਖਰਾਬ ਹੋਊਗਾ ਹੀ ਨਹੀਂ ਜਦੋਂ ਪਲਾਸਟਿਕ ਦਾ ਗੱਦਾ ਤੁਹਾਨੂੰ ਦੇ ਦਿੱਤਾ ਗਿਆ। ਕਹਿੰਦੇ ਨੇ ਵੀ ਜੇ ਹਾਰਡ ਗੱਦੇ ਅਸੀਂ ਯੂਜ਼ ਕਰੀਏ ਤਾਂ ਉਹਦੇ ਨਾਲ ਰੀੜ੍ਹ ਦੀ ਹੱਡੀ ਘਸ ਵੀ ਜਾਂਦੀ ਹੈ। ਕਿਤੇ ਨਾ ਕਿਤੇ ਅਸੀਂ ਗਲਤੀਆਂ ਖੁਦ ਕਰ ਜਾਂਦੇ ਆ। ਠੀਕ ਹੈ ਨਾ। ਜਿਹੜੇ ਹਾਰਡ ਗੱਦੇ ਦੇ ਉੱਤੇ ਕੋਈ ਬੰਦਾ ਸੌਂ ਗਿਆ, ਉਹਦੇ ਜਿਹੜੇ ਮਸਲ ਦੇ ਟਿਸ਼ੂਜ਼ ਨੇ ਉਹ ਪ੍ਰੈਸ ਹੋ ਜਾਂਦੇ ਆ, ਮਤਲਬ ਦਬ ਜਾਂਦੇ ਆ। ਸੌਣ ਦਾ ਢੰਗ ਇਹੀ ਹੈ ਜੀ, ਇਸ ਤਰੀਕੇ ਸਰਾਣਾ ਲੈਣਾ। ਹੁਣ ਸਾਨੂੰ ਇਹ ਵੀ ਸਮਝਾਓ ਕਿ ਸਰਾਣਾ ਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਸਹੀ ਰੂਪ ਦੇ ਵਿੱਚ ਸੌਣਾ ਕਿਵੇਂ ਹੁੰਦਾ। ਇਸੇ ਚੱਕਰ ਦੇ ਵਿੱਚ ਅਸੀਂ ਇਹ ਕੁਆਲਿਟੀ ਵੇਚਣ ਲੱਗੇ ਹੈਗੇ ਆ ਵੀ ਸਾਨੂੰ ਸੁੱਤੇ ਪਏ ਵੀ ਗਾਲਾਂ ਕੱਢੀ ਜਾਂਦਾ। ਤੇ ਫਿਰ ਪੱਕਾ ਸੋਲੂਸ਼ਨ ਕੀ ਕੱਢਿਆ? ਪੱਕਾ ਸੋਲੂਸ਼ਨ ਇਹੀ ਆ ਜੀ, ਪਹਿਲਾਂ ਇਹਨਾਂ ਨੇ ਸਾਨੂੰ ਇਹ ਪੀਸ ਦਿੱਤਾ ਜੀ ਤਾਂ ਅਸੀਂ ਵੇਚਣੇ ਸ਼ੁਰੂ ਕੀਤਾ ਜੀ। ਅੱਛਾ ਲੱਗੇ ਤੁਸੀਂ ਪਹਿਲਾਂ ਆਪ ਅਜ਼ਮਾਏ ਨੇ? ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਸਾਰੇ ਗੱਦਿਆਂ ਦੇ ਉੱਤੇ ਬੈਠ ਕੇ ਚੈੱਕ ਕਰ ਰਹੇ ਸੀ ਤੇ ਫਿਰ ਕਿਹੜਾ ਗੱਦਾ ਸਭ ਤੋਂ ਵਧੀਆ ਲੱਗਿਆ? ਆਈ ਵੈਸਟ ਲੱਗਿਆ ਜੀ ਮੈਨੂੰ ਤਾਂ। ਪਰ ਸਾਡੇ ਲੋਕ ਕਹਿੰਦੇ ਜੀ ਅਸੀਂ ਗਰਮ ਠੰਡੇ ਗੱਦੇ ਲਿਆਂਦੇ। ਗਰਮ ਠੰਡੇ ਗੱਦਿਆਂ ਦਾ ਕੋਈ ਕਨਸੈਪਟ ਨਹੀਂ। ਇਹ ਇੱਕੋ ਹੀ ਸਾਈਡ ਇਹਦੀ ਯੂਜ਼ ਕਰਨੀ ਹੁੰਦੀ ਹੈ ਗੱਦੇ ਦੀ। ਜਿਹੜਾ ਇਹਦਾ ਪਰਫੈਕਟ ਡਾਇਨੈਸਟੀ ਆ ਉਹ ਆਪਦਾ ਕੰਮ ਕਰ ਰਹੀ ਹੁੰਦੀ ਆ। ਆਪਣੇ ਆਪ ਕੁਛ ਡਿਗਰੀ ਇਹਦੀ ਘਟਦੀ ਹੈ ਜੀ ਗਰਮੀਆਂ ਦੇ ਵਿੱਚ ਥੋੜ੍ਹੇ ਜਿਹੇ ਠੰਡੇ ਰਹਿੰਦੇ ਆ ਗੱਦੇ। ਸਰਦੀਆਂ ਦੇ ਵਿੱਚ ਥੋੜ੍ਹੇ ਜਿਹੇ ਇਹ ਨੋਰਮਲ ਨਾਲੋਂ ਗਰਮ ਰਹਿੰਦੇ ਆ। ਮੈਂ ਤਾਂ ਬਿਲਕੁਲ ਸਿੰਪਲ ਗੱਲ ਕਰਦਾ ਕਿ ਜਿਨ੍ਹਾਂ ਨੂੰ ਢੂਈ ਦੇ ਉੱਪਰ ਖਾਜ ਹੁੰਦੀ ਆ, ਸਕਿਨ ਦੇ ਉੱਪਰ ਰੈਸ਼ਿਸ ਆਉਂਦੇ ਨੇ, ਉਹ ਪਹਿਲਾਂ ਆਪਣੇ ਗੱਦੇ ਨੂੰ ਚੇਂਜ ਕਰਕੇ ਦੇਖਣ, ਦਵਾਈਆਂ ਬਾਅਦ ਦੇ ਵਿੱਚੋਂ ਖਰੀਦਣ। ਸਾਨੂੰ ਇਹ ਦੱਸੋ ਵੀ ਇੱਕ ਗੱਦਾ ਕਿਹੋ ਜਿਹਾ ਹੋਣਾ ਚਾਹੀਦਾ? ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਜੋ ਗੱਦੇ ਨਾਰਮਲ ਇਸਤੇਮਾਲ ਕਰ ਰਹੇ ਨੇ ਔਰ ਉਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ, ਤੇ ਫਿਰ ਉਹਨਾਂ ਨੂੰ ਤਾਂ ਬਦਲਣ ਦੀ ਜ਼ਰੂਰਤ ਨਹੀਂ ਹੈ ਆਪਣੇ ਗੱਦੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਮੈਂ ਕਿਹੜੀ ਥਾਂ ਦੇ ਉੱਤੇ ਬੈਠਾ ਤੇ ਕਿਸ ਪਾਸੇ ਬੈਠਾ ਤੇ ਕਿਉਂ ਬੈਠਾ। ਇਹ ਵੀਡੀਓ ਨੂੰ ਸ਼ੁਰੂ ਹੁੰਦੇ ਸਾਰ ਹੀ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਨੇ ਜਿਹੜੇ ਉਹ ਪੈਦਾ ਹੋਣੇ ਸੁਭਾਵਿਕ ਨੇ, ਕਿਉਂਕਿ ਜਿਹੜਾ ਇਨਸਾਨ ਹੈ, ਜਿਹੜਾ ਮਨੁੱਖ ਹੈ, ਆਪਣੀ ਜ਼ਿੰਦਗੀ ਦਾ ਅੱਧਾ ਹਿੱਸਾ ਸੌ ਕੇ ਕੱਢ ਜਾਂਦਾ ਹੈ। ਤੇ ਜੇਕਰ ਸਾਡੇ ਸੌਣ ਵਾਲੇ ਗੱਦੇ ਹੀ ਨਾ ਠੀਕ ਹੋਣ, ਸਾਡੇ ਸੌਣ ਵਾਲਾ ਬਿਸਤਰਾ ਹੀ ਠੀਕ ਨਾ ਹੋਵੇ ਤਾਂ ਅਜਿਹੇ ਦੇ ਵਿੱਚ ਉਹਨਾਂ ਨੂੰ ਬਿਮਾਰੀਆਂ ਲੱਗਣੀਆਂ ਸੁਭਾਵਿਕ ਨੇ। ਅੱਜ ਸਾਨੂੰ ਇਸ ਥਾਂ ਦੇ ਉੱਤੇ ਬੜੇ ਜਿਹੜੇ ਨਾਮਵਰ ਵੈਦ ਹੈਗੇ ਨੇ, ਵੈਦ ਆਨੰਦ ਕੁਮਾਰ ਜੀ, ਉਹ ਲੈ ਕੇ ਆਏ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਬੜਾ ਖ਼ਾਸ ਕਿਸਮ ਦਾ, ਕਿਉਂਕਿ ਅਸੀਂ ਪਿਛਲੀ ਵਾਰ ਤੁਹਾਨੂੰ ਕਿਹਾ ਸੀ ਕਿ ਸੌਣ ਦਾ ਜਿਹੜਾ ਢੰਗ ਤਰੀਕਾ ਬੇਸ਼ੱਕ ਅਸੀਂ ਸਿੱਖ ਲਏ ਨੇ, ਪਰ ਕਿਸ ਉੱਤੇ ਸੌਣਾ ਹੈ, ਕਿਵੇਂ ਸੌਣਾ ਹੈ ਤੇ ਕਿਹੜੇ ਢੰਗਾਂ ਨਾਲ ਅਸੀਂ ਸੋਈਏ ਤਾਂ ਕਿ ਸਾਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ, ਸਪਾਈਨ ਦੀ ਜਿਹੜੀ ਸਮੱਸਿਆ ਹੈ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਕੌੜੀ ਵੇਲ ਵਾਂਗੂ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ। ਪਰ ਸਾਡੇ ਨਾਲ ਵੈਦ ਆਨੰਦ ਕੁਮਾਰ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਆਪਣਾ ਇੱਕ ਪ੍ਰੋਸਪੈਕਟ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਸੌਣ ਵਾਲੇ ਗੱਦੇ ਠੀਕ ਕਰ ਲਈਏ ਤਾਂ ਲਗਭਗ
ਜਿਹੜੀਆਂ 50 ਤੋਂ ਜ਼ਿਆਦਾ 60 ਜਾਂ 70% ਤੱਕ ਸਮੱਸਿਆਵਾਂ ਜਿਹੜੀ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਉਹ ਆ ਹੀ ਨਹੀਂ ਸਕਦੀਆਂ। ਸਾਨੂੰ ਇਸ ਦੁਕਾਨ ਦੇ ਉੱਤੇ ਸ਼ੋਰੂਮ ਦੇ ਉੱਤੇ ਵੈਦ ਆਨੰਦ ਕੁਮਾਰ ਜੀ ਅੱਜ ਖਾਸ ਤੌਰ ਤੇ ਲੈ ਕੇ ਆਏ ਨੇ। ਵੈਦ ਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਜੀ ਤੇ ਬਹੁਤ-ਬਹੁਤ ਸਵਾਗਤ ਤੁਹਾਡੀ ਆਡੀਅנס ਦਾ ਵੀ ਜੀ। ਅੱਛਾ ਵੈਦ ਜੀ ਮੈਨੂੰ ਇਹ ਗੱਲ ਦੱਸੋ, ਤੁਹਾਡਾ ਕਹਿਣਾ ਕਿ ਜਿਹੜੇ ਕਿਉਂਕਿ ਤੁਸੀਂ ਪੋਟਲੀ ਵਾਲੇ ਵੈਦ ਦੇ ਨਾਂ ਤੋਂ ਬੜੇ ਮਸ਼ਹੂਰ ਹੈਗੇ ਹੋ, ਪੋਟਲੀ ਨਾਲ ਤੁਸੀਂ ਦਰਦ ਭਜਾਉਣੇ ਹੋ ਤੇ ਹੁਣ ਤੁਸੀਂ ਗੱਦਿਆਂ ਨਾਲ ਵੀ ਦਰਦ ਭਜਾਉਣ ਲੱਗੇ ਹੋ, ਇਹ ਕੀ ਕਾਰਨ ਹੈ? ਤੁਸੀਂ ਤਾਂ ਕਲੀਨਿਕ ਦੇ ਵਿੱਚ ਬੈਠਣ ਵਾਲੇ ਸੀ ਤੇ ਫਿਰ ਇਹ ਗੱਦਿਆਂ ਦਾ ਕਨਸੈਪਟ ਕਿੱਥੋਂ ਦਿਮਾਗ ਦੇ ਵਿੱਚ ਆਇਆ ਤੁਹਾਡੇ? ਜੀ ਫਾਰੂਕੀ ਜੀ, ਇਹ ਕਨਸੈਪਟ ਬੇਸਿਕਲੀ ਮੈਨੂੰ ਲਿਆਉਣਾ ਪਿਆ, ਮਜਬੂਰੀ ਨਾਲ ਮੈਨੂੰ ਲਿਆਉਣਾ ਪਿਆ। ਐਕਚੁਅਲੀ ਕੀ ਆ ਕਿ ਮੇਰੇ ਕੋਲੇ ਬਹੁਤ ਸਾਰੇ ਪੇਸ਼ੈਂਟ ਆਏ ਜਦੋਂ ਉਹਦੀ ਆਪਾਂ ਨੇ ਪੋਸਟ ਪਾਈ ਆ ਪੋਟਲੀ ਵਾਲੀ ਵੀਡੀਓ ਦੀ। ਬਹੁਤ ਸਾਰੇ ਲੋਕ ਆਪਣੀ ਕਮਰ ਦਰਦ ਦੀਆਂ, ਸਰਵਾਈਕਲ ਦੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲੇ ਆਏ ਤਾਂ ਮੈਨੂੰ ਪਤਾ ਲੱਗਾ ਕਿ ਇਹ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਸਮੱਸਿਆ ਹੈਗੀ ਆ। ਲਗਭਗ ਹਰ ਘਰ 'ਚ ਹਰ ਬੰਦਾ ਪਰੇਸ਼ਾਨ ਆ, ਢੂਈ ਦੀ ਦਰਦ ਤੋਂ, ਸਰਵਾਈਕਲ ਤੋਂ। ਡਾਕਟਰਾਂ ਕੋਲ ਭੱਜੇ ਫਿਰਦੇ ਆ, ਕੋਈ ਕੁਝ ਕਰਵਾ ਰਿਹਾ, ਕੋਈ ਥੈਰੇਪੀਆਂ ਕਰਵਾ ਰਿਹਾ, ਕੋਈ ਇੰਜੈਕਸ਼ਨ ਲੈ ਰਿਹਾ, ਈਵਨ ਇੱਥੋਂ ਤੱਕ ਕਿ ਆਪਰੇਸ਼ਨਾਂ ਤੱਕ ਦੀ ਨੌਬਤ ਆਈ ਹੋਈ ਆ। ਪਰ ਮੈਂ ਜਦੋਂ MRIਆਂ ਲੋਕਾਂ ਦੀਆਂ ਚੈੱਕ ਕਰਦਾ ਤਾਂ ਉਹਦੇ ਵਿੱਚ ਆਉਂਦਾ ਕਿ ਇਹਨਾਂ ਦੇ ਡਿਸਕ ਬਲਜ ਹੋ ਗਈ, ਜਾਂ ਉਹ ਕੀ ਹੁੰਦਾ ਜੀ? ਡਿਸਕਾਂ ਫੈਲ ਜਾਂਦੀਆਂ ਨੇ, ਡਿਸਕਾਂ ਖੁੱਲ ਜਾਂਦੀਆਂ ਨੇ ਜੋ ਰੀੜ੍ਹ ਦੀ ਹੱਡੀ ਦੇ ਵਿੱਚ ਡਿਸਕ ਹਿੱਲੀ ਤਾਂ ਅਸੀਂ ਸੁਣਿਆ, ਡਿਸਕ ਫੈਲ ਨਹੀਂ, ਮੈਂ ਤਾਂ ਤੁਹਾਡੇ ਕੋਲੋਂ ਸੁਣ ਰਿਹਾ। ਜਦੋਂ ਅਸੀਂ ਗਲਤ ਤਰੀਕੇ ਨਾਲ ਗਲਤ ਗੱਦਿਆਂ ਦੇ ਉੱਪਰ ਸੌਂਦੇ ਆ ਤਾਂ ਇਹ ਦਿੱਕਤਾਂ ਆਉਂਦੀਆਂ ਨੇ। ਸਪਾਈਨ ਫਲੈਟ ਵੀ ਹੋ ਜਾਂਦੀ ਆ, ਸਪਾਈਨ ਸਿੱਧੀ ਹੋ ਜਾਂਦੀ। ਸਾਡੀ ਰੀੜ੍ਹ ਦੀ ਹੱਡੀ ਕਰਵੀ ਹੁੰਦੀ ਆ, ਉਹ ਮੈਂ ਤੁਹਾਨੂੰ ਦਿਖਾਉਣਾ। ਜੀ ਜੀ। ਆਹ ਦੇਖੋ, ਅਸੀਂ ਗੱਦੇ ਦੇ ਉੱਪਰ ਸਪਾਈਨ ਦਾ ਇੱਕ ਸਟਰਕਚਰ ਬਣਾਇਆ ਹੋਇਆ ਵਾ, ਇਹ ਕਰਵੀ ਹੁੰਦੀ ਹੈ ਸਪਾਈਨ। ਜੇ ਆਪਾਂ ਕਿਸੇ ਬੰਦੇ ਨੂੰ ਖੜਾ ਕਰ ਲਈਏ ਤਾਂ ਉਹਦੀ ਢੂਈ ਸੈਂਟਰ ਤੋਂ ਅੰਦਰ ਨੂੰ ਹੋਊਗੀ, ਹਿੱਪ ਵਾਲੇ ਏਰੀਆ ਤੋਂ ਬਾਹਰ ਨੂੰ ਹੋਊਗੀ ਤੇ ਮੋਢਿਆਂ ਵਾਲੇ ਏਰੀਆ ਤੋਂ ਵੀ ਬਾਹਰ ਨੂੰ ਹੋਊਗੀ। ਇਹ ਬੇਸਿਕਲੀ ਬਿਲਕੁਲ ਸਹੀ ਪੈਟਰਨ ਹੁੰਦਾ ਜੋ ਸਪਾਈਨ ਹੁੰਦੀ ਹੈ। ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਤੁਹਾਡੇ ਕਹਿਣ ਦੇ ਮੁਤਾਬਕ ਅੱਧਾ ਸਮਾਂ ਗੱਦਿਆਂ ਦੇ ਉੱਪਰ ਕੱਢਣਾ ਵਾ, ਸੌਂ ਕੇ ਕੱਢਣਾ ਵਾ, ਰਾਤ ਦੇ ਸਮੇਂ ਆਪਾਂ ਸੌਂ ਜਾਂਦੇ ਆ, ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਗੱਦਾ ਖਰੀਦਣਾ ਕਿਹੜਾ ਵਾ। ਅਸੀਂ ਜਾਂ ਤਾਂ ਪੈਸੇ ਨਾਲ ਤੋਲਦੇ ਆ, ਦੁਕਾਨਦਾਰ ਕੋਲੇ ਜਾਂਦੇ ਆ ਤਾਂ ਗੱਲ ਕਰਦੇ ਆ ਕਿ ਗੱਦੇ ਦੀ ਗਾਰੰਟੀ ਕੀ ਆ, ਜਦੋਂ ਕਿ ਸਾਨੂੰ ਇਹ ਪੁੱਛਣਾ ਚਾਹੀਦਾ ਕਿ ਇਹ ਗੱਦਾ ਮੇਰੀ ਰੀੜ੍ਹ ਦੀ ਹੱਡੀ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਪਾ ਦੂਗਾ। ਆਪਾਂ ਨੂੰ ਸਮਝਣਾ ਤਾਂ ਇਹੀ ਚਾਹੀਦਾ। ਨਹੀਂ, ਅਸੀਂ ਤਾਂ ਮਾਫ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ। ਮੇਰੇ ਵਰਗਾ ਵੀ ਨਾਰਮਲ ਸ਼ਖਸ ਅਗਰ ਕਿਤੇ ਜਾਂਦਾ ਤਾਂ ਉਹ ਪਹਿਲਾਂ ਪੁੱਛਦਾ ਜੀ ਗੱਦੇ ਹੈਗੇ ਨੇ, ਦੁਕਾਨਦਾਰ ਕਹਿੰਦਾ ਹੈਗੇ ਨੇ, ਤੇ ਉਸ ਤੋਂ ਬਾਅਦ ਸਾਡਾ ਸਵਾਲ ਇਹ ਹੁੰਦਾ ਅੱਛਾ ਕਿੰਨੇ ਦੇ ਨੇ, ਦੁਕਾਨਦਾਰ ਦੱਸ ਦਿੰਦਾ ਇੰਨੇ ਤੇ। ਲੇਕਿਨ ਜਿਹੜਾ ਤੁਹਾਡੇ ਮੁਤਾਬਕ ਜਿਹੜਾ ਸਵਾਲ ਹੋਣਾ ਚਾਹੀਦਾ ਹੈ ਕਿ ਕੀ ਸਵਾਲ ਸਾਨੂੰ ਪੁੱਛਣਾ ਚਾਹੀਦਾ ਜਾਂਦੇ ਸਰ? ਪੈਸੇ ਪੁੱਛਣੇ ਚਾਹੀਦੇ ਨੇ, ਗੱਦੇ ਪੁੱਛਣੇ ਚਾਹੀਦੇ ਨੇ, ਕੀ ਪੁੱਛਣਾ ਚਾਹੀਦਾ ਜਦੋਂ ਅਸੀਂ ਗੱਦੇ ਲੈਣ ਜਾਈਏ? ਪੁੱਛਣਾ ਤਾਂ ਦੁਕਾਨਦਾਰ ਨੂੰ ਇਹ ਚਾਹੀਦਾ ਕਿ ਤੁਹਾਨੂੰ ਗੱਦੇ ਦੀ ਜਾਣਕਾਰੀ ਹੈ, ਕਿ ਇਹ ਗੱਦਾ ਸਾਡੇ ਸਰੀਰ ਨੂੰ ਸੂਟੇਬਲ ਹੈ, ਮੇਰੀ ਸਪਾਈਨ ਨੂੰ ਸੂਟੇਬਲ ਹੈ, ਮੇਰੇ ਸਰੀਰ ਸਕਿਨ ਨੂੰ ਵੀ ਦਿੱਕਤ ਆਉਂਦੀ ਹੈ ਗੱਦੇ ਨਾਲ। ਮੈਂ ਤੁਹਾਨੂੰ ਦੱਸ ਦੇਣਾ ਹੁਣੇ, ਸਕਿਨ ਨੂੰ ਵੀ, ਬਿਲਕੁਲ ਸਕਿਨ ਨੂੰ ਵੀ। ਬਹੁਤ ਸਾਰੇ ਲੋਕ ਸਾਡੇ ਕੋਲੇ ਸਕਿਨ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਤਾਂ ਅਸੀਂ ਗੱਦੇ ਚੇਂਜ ਕਰਵਾਉਣੇ ਸਾਡੀ ਮਜਬੂਰੀ ਬਣ ਜਾਂਦੀ ਆ। ਉਹ ਮੈਂ ਤੁਹਾਨੂੰ ਥੋੜੀ ਦੇਰ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਸਾਰੀ ਬਿਮਾਰੀਆਂ ਆਓ ਆਪਾਂ ਬੈਠ ਕੇ ਆਰਾਮ ਨਾਲ ਇਹਨਾਂ ਗੱਦਿਆਂ ਦੇ ਉੱਤੇ ਨਾਲੇ ਅਸੀਂ ਬੈਠਦੇ ਹਾਂ, ਦੇਖਦੇ ਹਾਂ ਕਿ ਕਿੰਨੇ ਕੁ ਕੰਫਰਟੇਬਲ ਹੈਗੇ ਨੇ ਇਹ। ਤੇ ਇਹ ਗੱਦਾ ਇਹ ਵੀ ਹੈ ਤੇ ਇੱਕ ਨਾਰਮਲ ਵੀ ਇੱਥੇ ਪਏ ਨੇ, ਇਹ ਥੋੜੇ ਜਿਹੇ ਹਾਰਡ ਲੱਗ ਰਹੇ ਨੇ, ਪਰ ਇਹ ਗੱਦਾ ਜਿਹੜਾ ਇਹ ਉਸ ਨਾਲੋਂ ਕੰਪੈਰੀਟਿਵਲੀ ਥੋੜਾ ਜਿਹਾ ਨਰਮ ਹੈ। ਅੱਛਾ, ਆਪਾਂ ਗੱਲ ਕਰ ਰਹੇ ਸੀ ਵੈਜੀ ਕਿ ਗੱਦਿਆਂ ਦਾ ਜ਼ਿੰਦਗੀ ਦੇ ਵਿੱਚ ਰੋਲ ਕੀ ਹੈ? ਕੋਈ ਬਹੁਤੀ ਜ਼ਿਆਦਾ ਅਸੀਂ ਅਹਿਮੀਅਤ ਨਹੀਂ ਦਿੰਦੇ ਗੱਦਿਆਂ ਨੂੰ। ਤੇ ਦੇਖੋ, ਗੱਦਿਆਂ ਤੋਂ ਵੱਧ ਤਾਂ ਮੇਰੇ ਹਿਸਾਬ ਨਾਲ ਖਾਣੇ ਤੋਂ ਬਾਅਦ ਜੇ ਦੂਸਰੇ ਕੋਈ ਚੀਜ਼ ਆ ਭੋਜਨ ਤੋਂ ਬਾਅਦ ਤਾਂ ਉਹ ਸਾਡੇ ਗੱਦੇ ਹੀ ਨੇ। ਅਸੀਂ ਸਾਰੀ ਦਿਹਾੜੀ ਕੰਮ ਕਰਕੇ ਥੱਕ ਹਾਰ ਕੇ ਟੁੱਟ ਕੇ ਆਉਨੇ ਆ ਤੇ ਜੇ ਅਸੀਂ ਪ੍ਰੋਪਰ ਆਰਾਮ ਨਾਲ ਸੌਂ ਵੀ ਨਾ ਸਕੀਏ ਤਾਂ ਸਾਨੂੰ ਪੈਸੇ ਕਮਾਉਣ ਦਾ ਕੋਈ ਬਹੁਤਾ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ ਕੋਈ ਲੌਜਿਕ ਹੈ ਨਹੀਂ। ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਚਾਹੇ ਅਸੀਂ ਐਜ਼ ਏ ਖਰੀਦਦਾਰ ਜਾਂ ਐਜ਼ ਏ ਦੁਕਾਨਦਾਰ ਵੀ ਥੋੜ੍ਹਾ ਜਿਹਾ ਲਾਲਚ ਕਰਦਾ ਕਿ ਮੈਨੂੰ ਕੁਝ ਪੈਸੇ ਜ਼ਿਆਦਾ ਬਚ ਜਾਣਗੇ, ਕੰਪੈਰੀਟਿਵਲੀ ਸਸਤੇ ਗੱਦੇ ਵੇਚ ਦਿੰਦਾ, ਗਾਰੰਟੀ ਵੀ ਦੇ ਦਿੰਦਾ ਵੀ ਉਹ ਮੈਂ ਤੁਹਾਡੀ ਗੱਲ ਆ ਗਿਆ, ਉਹ ਤਾਂ ਲਾਈਫ ਟਾਈਮ ਗਾਰੰਟੀ ਦੇ ਦਿੰਦਾ। ਲਾਈਫ ਟਾਈਮ ਗਾਰੰਟੀ ਤਾਂ ਇਹ ਹੋਣੀ ਚਾਹੀਦੀ ਵੀ ਤੁਹਾਡੀ ਰੀੜ੍ਹ ਦੀ ਹੱਡੀ ਦੀ ਗਾਰੰਟੀ ਲਾਈਫ ਟਾਈਮ ਹੈ, ਪਰ ਗੱਦੇ ਦੀ ਗਾਰੰਟੀ ਦੇ ਦਿੰਦਾ ਕਿ ਰੀੜ੍ਹ ਦੀ ਹੱਡੀ ਦੀ ਗਾਰੰਟੀ ਲਾਈਫ ਟਾਈਮ ਨਹੀਂ ਹੈ। ਬਿਲਕੁਲ ਇੱਥੇ ਹੀ ਪ੍ਰੋਬਲਮ ਆ। ਅਸੀਂ ਖੁਸ਼ ਹੋ ਜਾਂਦੇ ਹਾਂ ਐਜ਼ ਏ ਕਸਟਮਰ ਦੀ ਗੱਲ ਕਰਦੇ ਹਾਂ, ਯਾਰ ਗੱਦਾ ਖਰਾਬ ਨਹੀਂ ਹੋਊ। ਗੱਦਾ ਜਿੰਨਾ ਘਟੀਆ ਹੋਊ, ਜਿੰਨਾ ਸਸਤਾ ਹੋਊ, ਓਨਾ ਉਹਦੀ ਲਾਈਫ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੇ ਮਟੀਰੀਅਲ ਮਾਰਕੀਟ ਦੇ ਵਿੱਚ ਅਵੇਲੇਬਲ ਨੇ। ਜਿੰਨਾ ਗੱਦਾ ਸਸਤਾ ਵਾ ਓਨੀ ਉਹਦੀ ਜ਼ਿਆਦਾ ਗਾਰੰਟੀ ਆ। ਉਹ ਖਰਾਬ ਹੋਊਗਾ ਹੀ ਨਹੀਂ। ਜਦੋਂ ਪਲਾਸਟਿਕ ਦਾ ਗੱਦਾ ਤੁਹਾਨੂੰ ਦੇ ਦਿੱਤਾ ਗਿਆ, ਉਹਨੇ ਖਰਾਬ ਕਿੱਦਾਂ ਹੋਣਾ? ਪਰ ਅੱਜ ਕੱਲ੍ਹ ਤੇ ਬਹੁਤ ਸਾਰੇ ਇੱਦਾਂ ਦੇ ਗੱਦੇ ਵੀ ਚੱਲ ਪਏ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਸਕਿਨ ਨਾਲ ਸੰਬੰਧਿਤ ਬੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਚਾਈਨੀਜ਼ ਸਟਾਈਲ ਗੱਦੇ ਚੱਲਦੇ ਨੇ ਜੀ ਅੱਜ ਕੱਲ੍ਹ। ਹਾਂਜੀ, ਚਾਈਨੀਜ਼ ਨੇ ਤਾਂ ਚਲੋ ਜੋ ਕਰਨਾ ਸੋ ਕਰਨਾ। ਇੰਡੀਆ ਦੇ ਵਿੱਚ ਜਿਹੜਾ ਇੱਧਰ ਉੱਪਰ ਕਵਰ ਚੜ੍ਹਿਆ ਹੋਇਆ, ਗੱਦੇ ਦੇ ਉੱਪਰ ਕਵਰ ਹਰੇਕ ਦੇ ਉੱਪਰ ਚੜ੍ਹਿਆ ਹੁੰਦਾ। ਇੰਨੇ ਘਟੀਆ ਕਵਰ ਆ ਗਏ, 200-300 ਰੁਪਏ ਦੇ ਵਿੱਚ ਗੱਦਿਆਂ ਦੇ ਉੱਪਰ ਕਵਰ ਚੜ੍ਹ ਜਾਂਦਾ, ਪੂਰੀ ਤਰ੍ਹਾਂ ਸਿੰਥੈਟਿਕ ਹੁੰਦਾ। ਸਾਡੇ ਲੋਕਾਂ ਨੂੰ ਅੱਜ ਕੱਲ੍ਹ ਸਭ ਨੂੰ ਲਗਭਗ ਗਰਮੀਆਂ ਦੇ ਵਿੱਚ ਸ਼ਰਟ ਉਤਾਰ ਕੇ ਸੌਣ ਦੀ ਆਦਤ ਆ। ਉਹ ਸਾਡੀ ਸਕਿਨ ਨੂੰ ਜਦੋਂ ਟੱਚ ਕਰਦਾ, ਰਬ ਕਰਦਾ, ਰਗੜ ਦਿੰਦਾ, ਸਕ੍ਰੈਚਸ ਪੈ ਜਾਂਦੇ, ਰੈਸ਼ਿਸ ਪੈ ਜਾਂਦੇ ਨੇ। ਮਰੀਜ਼ ਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਹੋਇਆ। ਉਹ ਭੱਜ ਕੇ ਮੇਰੇ ਕੋਲੇ ਆਉਂਦਾ, ਮੇਰੇ ਵਰਗੇ ਇੱਕ ਡਾਕਟਰ ਕੋਲੇ, ਕਿਸੇ ਕੋਲੇ ਵੀ ਆਊਗਾ। ਅਸੀਂ ਉਹਨਾਂ ਨੂੰ ਦਵਾਈਆਂ ਦੇ ਕੇ ਦੇਖਦੇ ਹਾਂ।
ਸਾਡੇ ਨਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਸਾਹਮਣੇ ਆਉਂਦੇ ਆ ਜਿਹੜੇ ਲੋਕ ਦਵਾਈਆਂ ਖਾਣ ਤੋਂ ਬਾਅਦ ਵੀ ਲਗਾਤਾਰ ਦਵਾਈਆਂ ਖਾਣ ਤੋਂ ਬਾਅਦ ਵੀ ਠੀਕ ਨਹੀਂ ਹੁੰਦੇ, ਤਾਂ ਦਿਮਾਗ ਨੂੰ ਸਾਨੂੰ ਦੌੜਾਉਣਾ ਪੈਂਦਾ ਵੀ ਕਿੱਥੇ ਦਿੱਕਤ ਹੋ ਸਕਦੀ ਆ। ਅੱਛਾ। ਨਾਰਮਲੀ ਅਸੀਂ ਦੇਖਿਆ, ਜੇ ਅਸੀਂ ਕਿਸੇ ਦੇ ਗੱਦੇ ਘਰ ਜਾ ਕੇ ਇੱਕ ਦੋ ਵਾਰੀ ਮੈਂ ਖੁਦ ਜਾ ਕੇ ਵੀ ਚੈੱਕ ਕੀਤਾ, ਤਾਂ ਗੱਦਿਆਂ ਦਾ ਹੀ ਬਹੁਤ ਬੁਰਾ ਹਾਲ ਹੋਇਆ ਪਿਆ ਹੁੰਦਾ। ਇੰਨੇ ਜ਼ਿਆਦਾ ਸਿੰਥੈਟਿਕ ਕੱਪੜਾ ਜਿਹੜਾ ਹੁੰਦਾ ਉਹਦੇ ਉੱਪਰ, ਉਹ ਸਕਿਨ ਨੂੰ ਡੈਫੀਨਿਟਲੀ ਰੈਸ਼ਿਸ ਪਾ ਦਿੰਦਾ, ਤੇ ਮਰੀਜ਼ ਨੂੰ ਪਤਾ ਨਹੀਂ ਹੁੰਦਾ ਮੈਨੂੰ ਇਹ ਗੱਦੇ ਨੇ ਪੰਗਾ ਖੜਾ ਕੀਤਾ ਹੋਇਆ। ਮਤਲਬ ਗੱਲ ਇਹ ਹੈ ਕਿ ਹਨੇਰੇ 'ਚ ਸੋਟੀਆਂ ਮਾਰਨ ਵਾਲਾ ਕੰਮ ਹੁੰਦਾ ਹੈ। ਦਿੱਕਤ ਕਿਤੇ ਹੁੰਦੀ ਹੈ, ਲੱਭ ਅਸੀਂ ਕਿਤੇ ਰਹੇ ਹੁੰਦੇ ਹਾਂ। ਦਿੱਕਤ ਗੱਦਿਆਂ ਦੇ ਵਿੱਚ ਹੁੰਦੀ ਹੈ, ਅਸੀਂ ਕਰਵਾਉਂਦੇ ਐਕਸਰੇ ਫਿਰਦੇ ਹਾਂ, ਕਰਵਾਉਂਦੇ MRI ਹੁੰਦੇ ਹਾਂ। ਐਗਜ਼ੈਕਟਲੀ ਇਸੇ ਸਮੱਸਿਆ ਨੂੰ ਮਤਲਬ ਮੈਂ ਹੁਣ ਕੱਲੇ ਦੁਕਾਨਦਾਰ ਨੂੰ ਸਮਝਾ ਨਹੀਂ ਸਕਦਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਗੱਦਾ ਸੇਲ ਕਰਨਾ ਚਾਹੀਦਾ। ਕੱਲੇ ਕਸਟਮਰ ਨੂੰ ਅਵੇਅਰਨੈਸ ਨਹੀਂ ਦੇ ਸਕਦਾ ਕਿ ਤੁਹਾਨੂੰ ਗੱਦਾ ਕਿਸ ਤਰ੍ਹਾਂ ਦਾ ਲੈਣਾ ਚਾਹੀਦਾ। ਮੇਰੀ ਮਜਬੂਰੀ ਬਣ ਗਈ ਤੇ ਮੈਂ ਖੁਦ ਹੀ ਗੱਦੇ ਫੈਕਟਰੀ ਨਾਲ ਟਾਈ ਅਪ ਕਰਕੇ ਇਸ ਤਰ੍ਹਾਂ ਦੇ ਸਟੈਂਡਰਡ ਦੇ ਗੱਦੇ ਤਿਆਰ ਕਰਵਾਤੇ ਕਿ ਤਾਂ ਕਿ ਲੋਕਾਂ ਨੂੰ ਖਰੀਦਦਾਰੀ ਵੇਲੇ ਕੋਈ ਗਲਤੀ ਹੋਵੇ ਹੀ ਨਾ। ਡਾਕਟਰ ਐਡਵਾਈਸ ਨਾਮ ਤੇ ਗੱਦੇ ਅਸੀਂ ਲਾਂਚ ਕਰ ਦਿੱਤੇ ਆ। ਤੁਹਾਡੀ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਜੇ ਕਿਸੇ ਨੇ ਗੱਦੇ ਪਰਫੈਕਟ ਗੱਦੇ ਜੋ ਆਪਣੀ ਸਪਾਈਨ ਨੂੰ ਸੂਟੇਬਲ ਨੇ, ਉਹ ਗੱਦੇ ਅਗਰ ਇਸਤੇਮਾਲ ਕਰਨੇ ਆ ਤਾਂ ਆਪਣੇ ਦੁਕਾਨਦਾਰ ਕੋਲੇ ਪਹੁੰਚੋ, ਉਹਨਾਂ ਤੋਂ ਡਾਕਟਰ ਐਡਵਾਈਸ ਗੱਦੇ ਮੰਗਵਾਓ। ਦੋਨੇ ਤਰ੍ਹਾਂ ਨੂੰ ਸਮੱਸਿਆਵਾਂ ਸੀਗੀਆਂ। ਕਸਟਮਰ ਨੂੰ ਖਰੀਦਣ ਦੇ ਕੋਈ ਪਰਖ ਨਹੀਂ ਸੀ, ਦੁਕਾਨਦਾਰ ਨੂੰ ਵੀ ਪੰਗਾ ਵਾ ਕਿ ਉਹਨੇ ਕੰਪੀਟੀਸ਼ਨ ਲੜਨਾ। ਉਹਦੇ ਕੰਪੀਟੀਸ਼ਨ ਦੇ ਵਿੱਚ ਬਹੁਤ ਘੱਟ ਰੇਟ, ਫਲਾਣੇ ਰੇਟ ਤੇ ਅਸੀਂ ਦੇ ਦਾਂਗੇ, ਢਿਮਕਾਣੇ, ਉਹ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਖੇਲ ਜਾਂਦੇ ਆ। ਤੁਹਾਡਾ ਕਹਿਣ ਦਾ ਮਤਲਬ ਇਹ ਕਿ ਖੇਡ ਸਾਰੀ 1000-2000 ਦੀ ਹੁੰਦੀ ਹੈ ਤੇ ਉਹਦੇ ਪਿੱਛੇ ਜਿਹੜੀ ਅਸੀਂ ਲੱਖਾਂ ਦਾ ਰੋਗ ਲਵਾ ਲੈਂਦੇ ਹਾਂ। ਲੱਖਾਂ ਰੁਪਏ ਲਾ ਕੇ ਸਰ ਠੀਕ ਨਹੀਂ ਹੁੰਦਾ। ਮੈਂ ਇੰਨੇ ਲੋਕ ਦੇਖੇ ਨੇ ਆਪਰੇਸ਼ਨ ਕਰਵਾ ਕੇ ਹਮੇਸ਼ਾ ਲਈ ਬੈੱਡ ਤੇ ਹੀ ਆ ਜਾਂਦੇ ਨੇ। ਲੱਖਾਂ ਰੁਪਏ 'ਚ ਵੀ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ। ਮੇਰੀ ਸਾਰੀ ਆਡੀਅנס ਨੂੰ, ਦੁਕਾਨਦਾਰ, ਮਾੜੇ ਗੱਦਿਆਂ ਨੂੰ ਪਿਆਰ ਕਰਨ ਵਾਲੇ ਫਿਰ ਉਹ ਗੱਦਿਆਂ ਜੋਗੇ ਹੀ ਰਹਿ ਜਾਂਦੇ ਨੇ। ਤੁਹਾਡਾ ਕਹਿਣ ਦਾ ਭਾਵ ਹੈ ਬਿਲਕੁਲ ਜੀ ਬਿਲਕੁਲ, ਅੱਜ ਦਾ ਬਚਾਇਆ ਹੋਇਆ ਪੈਸਾ ਲਾਈਫ ਟਾਈਮ ਔਰ ਸਾਰੇ ਪਰਿਵਾਰ ਨੂੰ ਸਮੱਸਿਆ 'ਚ ਪਾ ਦਿੰਦਾ। ਬੱਚਿਆਂ ਦੀ ਗਰੋਥ ਵਾਸਤੇ ਕਿੰਨੇ ਕੁ ਜਿਹੜੇ ਕਿਹੋ ਜਿਹੇ ਗੱਦੇ ਨੇ ਜਿਹੜੇ ਯੂਜ਼ ਕਰਨੇ ਚਾਹੀਦੇ ਨੇ? ਕਿਉਂਕਿ ਸਾਡਾ ਤਾਂ ਸੱਭਿਆਚਾਰ ਹੀ ਹੈ ਨਹੀਂ ਸੀ ਆਨੰਦ ਜੀ। ਸਾਡਾ ਸੱਭਿਆਚਾਰ ਤੇ ਬਾਈਆਂ ਵਾਲੇ ਮੰਜੇ ਹੁੰਦੇ ਸੀ, ਵੱਡੇ ਵੱਡੇ ਮੰਜੇ ਹੁੰਦੇ ਸੀ, ਤੇ ਇਹ ਤਾਂ ਮੈਨੂੰ ਲੱਗਦਾ ਕਿ ਸਮੱਸਿਆ ਵੀ ਇੱਥੋਂ ਹੀ ਬਹੁਤੀਆਂ ਆਈਆਂ ਨੇ, ਸ਼ੁਰੂ ਹੋਈਆਂ ਨੇ ਜਦੋਂ। ਦੇਖੋ ਓਬਵੀਅਸ ਦੀ ਗੱਲ ਆ ਕਿ ਜੋ ਚੀਜ਼ਾਂ ਸਾਡੇ ਸਰੀਰ ਨੂੰ ਚਾਹੀਦੀਆਂ ਨੇ ਉਹ ਸਾਰੀਆਂ ਚੇਂਜ ਹੋ ਕੇ ਮਾਡਰਨਾਈਜੇਸ਼ਨ ਵੱਲ ਜਾ ਰਹੀਆਂ ਨੇ। ਅਸੀਂ ਨਹੀਂ ਹਟਾ ਸਕਦੇ ਲੋਕਾਂ ਨੂੰ ਮਾਡਰਨ ਸਭਿਅਤਾ ਵੱਲ ਜਾਣ ਤੋਂ। ਕਿਸੇ ਨੂੰ ਨਹੀਂ ਕਹਿ ਸਕਦੇ ਆਪਣੇ 2 ਕਰੋੜ ਦੇ ਜਾਂ ਕਰੋੜ ਦੇ ਜਾਂ ਲੱਖ ਰੁਪਏ ਦੇ ਬੈੱਡਰੂਮ ਦੇ ਵਿੱਚ ਤੁਸੀਂ ਮੰਜਾ ਸਜਾ ਲਓ। ਮੰਜਾ ਸਜਾ ਲਓ, ਕਹਿ ਨਹੀਂ ਸਕਦੇ। ਤਾਂ ਅਸੀਂ ਜੋ ਕਰ ਸਕਦੇ ਹਾਂ ਉਹ ਇਹ ਹੈਗਾ ਕਿ ਅਸੀਂ ਇੱਕ ਪਰਫੈਕਟ ਗੱਦਿਆਂ ਦਾ ਸੈੱਟ ਤਿਆਰ ਕਰ ਦਿੱਤਾ ਹੈਗਾ। ਬਿਲਕੁਲ ਬੇਫਿਕਰ ਹੋ ਕੇ ਕਸਟਮਰ ਜਾਵੇ, ਆਪਣੇ ਦੁਕਾਨਦਾਰ ਤੋਂ ਡਾਕਟਰ ਐਡਵਾਈਸ ਵੈਦ ਜੀ ਦੁਆਰਾ ਤਿਆਰ ਕੀਤੇ ਹੋਏ ਗੱਦੇ ਮੰਗੇ। ਉਹਦੀ ਸਪਾਈਨ ਨੂੰ ਕੋਈ ਸਮੱਸਿਆ ਨਹੀਂ ਆਊਗੀ, ਉਹਦੀ ਸਕਿਨ ਨੂੰ ਕੋਈ ਸਮੱਸਿਆ ਨਹੀਂ ਆਊਗੀ ਔਰ ਪੂਰੀ ਤਰ੍ਹਾਂ ਨਾਲ ਵਧੀਆ ਗੱਦੇ ਉਹਨੂੰ ਮਿਲ ਜਾਣਗੇ। ਰੇਟ ਵੀ ਅਸੀਂ ਸਟੈਂਡਰਡ ਫਿਕਸ ਕੀਤੇ ਆ। ਜਿਹੜੀਆਂ ਦੁਕਾਨਾਂ ਨੂੰ ਅਸੀਂ ਏਜੰਸੀਆਂ ਦੇਵਾਂਗੇ ਉਹ ਤੁਹਾਨੂੰ ਫਿਕਸ ਰੇਟ ਤੇ ਗੱਦੇ ਦੇਣਗੇ। ਬਾਰਗੇਨਿੰਗ ਕਰਨ ਦੀ ਕੋਈ ਲੋੜ ਨਹੀਂ ਹੈਗੀ। ਬੇਨਤੀ ਹੈ ਕਸਟਮਰ ਨੂੰ, ਬਾਰਗੇਨਿੰਗ ਦੇ ਚੱਕਰ ਦੇ ਵਿੱਚ ਆਪਣੀ ਢੂਈ ਨਾਲ ਪੰਗਾ ਨਾ ਪਾ ਲਿਓ, ਠੀਕ ਹੈ ਨਾ। ਤੇ ਦੂਸਰੀ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ, ਜਿਹੜੇ ਦੁਕਾਨਦਾਰ ਇਸ ਵੀਡੀਓ ਨੂੰ ਦੇਖ ਰਹੇ ਆ, ਜੇ ਉਹ ਕੁਝ ਕਰਨਾ ਚਾਹੁੰਦੇ ਆ ਵਧੀਆ ਸਮਾਜ ਦੇ ਵਿੱਚ, ਤਾਂ ਉਹ ਸਾਡੇ ਨਾਲ ਜੁੜ ਕੇ ਸਾਡੇ ਕੋਲੋਂ ਆਪਣੀ ਏਜੰਸੀ ਬੁੱਕ ਕਰਵਾਉਣ। ਫਿਕਸ ਰੇਟ ਤੇ ਗੱਦੇ ਵੇਚਣ। ਤੁਹਾਡੇ ਕੋਲੇ ਕਸਟਮਰ ਖੁਦ ਚੱਲ ਕੇ ਆਊਗਾ, ਜੈਨੂਅਨ ਗੱਦੇ ਲੈ ਕੇ ਜਾਊਗਾ। ਤੁਹਾਡਾ ਮਾਰਜਨ ਜੋ ਹੁੰਦਾ ਜਾਇਜ਼ ਮਾਰਜਨ ਉਹ ਅਸੀਂ ਫਿਕਸ ਕਰ ਦਿੱਤਾ। ਨਾ ਤੁਸੀਂ ਘੱਟ ਕਰਨਾ, ਨਾ ਤੁਸੀਂ ਜ਼ਿਆਦਾ ਕਰਨਾ। ਦੁਕਾਨਦਾਰ ਵੀ ਸੌਖਾ ਰਹਿਣਗੇ। ਜਾਇਜ਼ ਮਾਰਜਨ ਤੇ ਇੰਚ ਤਾਂ ਮੈਨੂੰ ਲੱਗਦਾ ਕਿਸੇ ਗਾਹਕ ਨੂੰ ਵੀ ਕੋਈ ਬਹੁਤੀ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਪਤਾ ਹੈ ਕਿ ਸਭ ਨੇ ਆਪਣੇ ਘਰ-ਬਾਰ ਚਲਾਉਣੇ ਨੇ, ਆਪਣੀ ਰੋਜ਼ੀ ਰੋਟੀ ਚਲਾਉਣੀ ਹੈ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਪਰ ਤੁਸੀਂ ਵੀ ਖੈਰ ਪੱਤਰਕਾਰ ਹੋ, ਕੁਝ ਲੋਕਾਂ ਨੇ ਇਹ ਚੀਜ਼ਾਂ ਨੂੰ ਸੋਚ ਕੇ ਉਲਟ ਕਰ ਲਈ ਕਹਾਣੀ। ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਬਾਅਦ ਦੇ ਵਿੱਚ ਉਲਝਾਉਣ ਦੀ ਕਹਾਣੀ ਪਾਉਣ ਲਈ ਕੁਝ ਵੀ ਪੋਸਟ ਪਾ ਦਿੰਦੇ ਆ, ਬਹੁਤ ਘੱਟ ਰੇਟ ਦਿਖਾ ਦਿੰਦੇ ਆ। ਕਸਟਮਰ ਪਰੇਸ਼ਾਨ ਹੋਇਆ ਫਿਰੀ ਜਾਂਦਾ, ਦੁਕਾਨਦਾਰ ਨੂੰ ਵੀ ਪਰੇਸ਼ਾਨ ਕਰਦਾ। ਮਤਲਬ ਮੇਲਾ ਕਰਕੇ ਲੋਕਾਂ ਨੂੰ ਮੇਲਾ ਲੁਟਾਉਣ ਦੇ ਬਜਾਏ ਆਪ ਹੀ ਲੁੱਟ ਲੈਂਦੇ ਨੇ। ਬਿਲਕੁਲ ਕਿਸੇ ਦੁਕਾਨਦਾਰ ਨੇ ਪੋਸਟ ਪਾਈ, ਕਿਸੇ ਪੱਤਰਕਾਰ ਭਰਾ ਨੇ ਪਵਾਈ, ਬਿਲਕੁਲ ਸ਼ਰੇਆਮ ਬੰਦਾ ਕਹਿ ਰਿਹਾ ਕਿ 1000 ਰੁਪਏ ਦੇ ਵਿੱਚ ਮੈਂ ਤੁਹਾਨੂੰ ਗੱਦਿਆਂ ਦੀ ਜੋੜੀ ਦਊਂਗਾ। ਤੁਸੀਂ ਵੀ ਸਿਆਣੇ ਹੋ, 1000 ਰੁਪਏ ਦੇ ਵਿੱਚ ਕਿਵੇਂ ਪੋਸੀਬਲ ਹੈ ਜੀ ਗੱਦਿਆਂ ਦੀ ਜੋੜੀ? ਪੋਸੀਬਲ ਤਾਂ ਹੈ ਨਹੀਂ ਕਿਸੇ ਤਰੀਕੇ। ਉਹਦਾ ਮਕਸਦ ਇਹ ਹੋ ਸਕਦਾ ਕਿ ਆਪਣੇ ਕੋਲੇ ਕਸਟਮਰ ਨੂੰ ਸੱਦੇ, ਉਸ ਤੋਂ ਬਾਅਦ ਉਹਨੂੰ ਹੋਰ ਵੈਰਾਈਟੀਆਂ ਦਿਖਾਉਣ ਲੱਗ ਜਾਂਦੇ ਆ, ਉਲਝਾਉਂਦੇ ਆ। ਜਾਂ ਜੇ ਕੁਝ ਦੇਤਾ ਤਾਂ ਕੋਈ ਇਹੋ ਜਿਹੀ ਚੀਜ਼ ਦੇ ਦੂਗਾ ਕਿ ਬੰਦੇ ਦੀ ਰੀੜ੍ਹ ਦੀ ਹੱਡੀ ਤਾਂ ਗਈ। ਤੇ ਮੈਂ ਇਹ ਚਾਹੁੰਦਾ ਕਿ ਲੋਕ ਯਾਰ ਇਸ ਤਰ੍ਹਾਂ ਦੇ ਫੈਸਲੇ ਲੈਣ। 1500 ਤਾਂ ਜੀ ਛੱਡਣ ਵਾਲਾ ਵੀ ਨਹੀਂ ਲੈਂਦਾ ਗੱਦੇ, ਉਹ ਵੀ ਕਈ ਵਾਰ ਜ਼ਿਆਦਾ ਲੈ ਲੈਂਦਾ। ਬਿਲਕੁਲ ਜੀ, ਓਬਵੀਅਸ ਦੀ ਗੱਲ ਆ। ਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਜਦੋਂ ਕੋਈ ਪੋਸਟ ਇਸ ਤਰ੍ਹਾਂ ਦੀ ਆ ਜਾਂਦੀ ਆ ਜਿਹੜੀ ਕਿ ਆਮ ਪ੍ਰੈਕਟੀਕਲ ਲਾਈਫ ਦੇ ਵਿੱਚ ਪੋਸੀਬਲ ਨਹੀਂ ਹੁੰਦੀ। ਜਨਤਾ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਜੋ ਵੀਡੀਓ ਦੇਖ ਕੇ ਜੈਨੂਅਨ ਦੁਕਾਨਦਾਰ ਨੂੰ ਵੀ ਪਰੇਸ਼ਾਨ ਕਰੀ ਜਾਂਦੇ ਆ, ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਕਰਦੇ ਆ। ਤੇ ਇਹ ਸਾਰਾ ਕੁਝ ਰਲ ਮਿਲ ਕੇ ਹੀ ਠੀਕ ਕੀਤਾ ਜਾ ਸਕਦਾ। ਤੇ ਅਸੀਂ ਤਾਂ ਸਿਰਫ ਇੰਨਾ ਹੀ ਕੰਮ ਕੀਤਾ ਕਿ ਸਹੀ ਚੀਜ਼ ਤਿਆਰ ਕਰਤੀ, ਲੋਕਾਂ ਦੀ ਢੂਈ ਨਾਲ ਖਿਲਵਾੜ ਨਾ ਹੋਵੇ। ਗੱਦੇ ਅਸੀਂ ਤਿਆਰ ਕਰ ਦਿੱਤੇ ਹੈਗੇ ਆ। ਲੋਕਾਂ ਨੂੰ, ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਕਿ ਡੀਲਰਸ਼ਿਪ ਲੈਣ ਲਈ ਤੁਸੀਂ ਨੰਬਰ ਸਾਡਾ ਪੋਸਟ ਪਾ ਦਿਓ, ਡੀਲਰਸ਼ਿਪ ਲੈ ਸਕਦੇ ਆ। ਬਿਲਕੁਲ ਬੇਫਿਕਰ ਹੋ ਕੇ ਕੰਪੀਟੀਸ਼ਨ ਜ਼ੋਨ ਤੋਂ ਬਾਹਰ ਰਹਿ ਕੇ ਆਪਣਾ ਕੰਮ ਕਰੋ। ਕਸਟਮਰ ਨੂੰ ਵੀ ਬੇਨਤੀ ਹੈ ਕਿ ਜਾ ਕੇ
ਗੱਦੇ ਖਰੀਦਣ ਤੋਂ ਪਹਿਲਾਂ, ਤਿਉਹਾਰਾਂ ਦਾ ਸੀਜ਼ਨ ਆ, ਗੱਦੇ ਬਹੁਤ ਲੋਕ ਖਰੀਦਦੇ ਆ। ਜੀ ਜੀ ਡਾਕਟਰ ਐਡਵਾਈਸ ਗੱਦੇ ਹੀ ਆਪਣੇ ਦੁਕਾਨਦਾਰ ਤੋਂ ਮੰਗੋ। ਜੀ ਜੀ ਜੇ ਉਹਦੇ ਕੋਲੇ ਨਹੀਂ ਹੈਗੇ, ਉਹਨੂੰ ਸਾਡਾ ਨੰਬਰ ਦੇ ਦਿਓ ਵੀ ਮੈਂ ਗੱਦੇ ਤਾਂ ਇਹੀ ਲੈਣੇ ਆ, ਉੱਥੋਂ ਮੰਗਵਾ ਕੇ ਦੇ ਦਿਓ। ਜੀ ਜੀ ਕੁਝ ਕੁ ਲੋਕ ਨੇ ਜਿਹੜੇ ਇੱਥੇ ਵੈਜ ਮੈਨੂੰ ਲੱਗਦਾ ਹੈ ਕਿ ਆਏ ਨੇ, ਖਾਸ ਕਰਕੇ ਗੱਦੇ ਖਰੀਦਣ ਆਏ ਨੇ। ਚੈੱਕ ਵੀ ਇਹ ਸਰਾਣਾ ਵੀ ਤੁਸੀਂ ਬਣਵਾਇਆ ਹੈ ਜੀ? ਗੱਦਾ ਸਰਾਣਾ ਵੀ ਖਾਸ ਤੌਰ ਤੇ ਤੁਸੀਂ ਡਾਕਟਰ ਐਡਵਾਈਸ ਦੀ ਬਣਵਾਇਆ ਹੋਇਆ? ਹਾਂਜੀ ਹਾਂਜੀ ਬਿਲਕੁਲ ਜੀ, ਡਾਕਟਰ ਐਡਵਾਈਸ ਦਾ ਹੀ ਸਰਾਣਾ ਵਾ। ਸਰਾਣੇ ਦਾ ਵੀ ਬਹੁਤ ਵੱਡਾ ਰੋਲ ਆ। 100% ਜਿੰਨੇ ਲੋਕ ਸਰਾਣੇ ਵਰਤ ਰਹੇ ਆ, ਉਹਦੇ ਵਿੱਚੋਂ 90% ਲੋਕ ਗਲਤ ਸਰਾਣਾ ਇਸਤੇਮਾਲ ਕਰ ਜਾਂਦੇ ਆ। ਕਿਵੇਂ ਜੀ? ਦੇਖੋ ਭਾਈ ਸਾਹਿਬ ਨੇ ਸਰਾਣਾ ਲਿੱਤਾ, ਤੁਸੀਂ ਪਹਿਲਾਂ ਵੀ ਘਰੇ ਵੀ ਸਰਾਣਾ ਇਸਤੇਮਾਲ ਕਰਦੇ ਹੋ? ਹਾਂਜੀ। ਆਹ ਸਰਾਣਾ ਸਹੀ ਢੰਗ ਨਾਲ ਲਗਾ ਕੇ ਫਿਰ ਮੈਨੂੰ ਦੱਸੋ ਵੀ ਇਸ ਸਰਾਣੇ ਦੇ ਵਿੱਚ ਤੇ ਉਸ ਸਰਾਣੇ ਦੇ ਵਿੱਚ ਤੁਹਾਨੂੰ ਕੁਝ ਬੈਟਰ ਲੱਗਦਾ, ਕੁਝ ਫਰਕ ਲੱਗਦਾ? ਕੰਫਰਟ ਜ਼ੋਨ ਦਾ ਦੱਸਣਾ ਤੁਸੀਂ। ਹਾਂਜੀ, ਇਹ 'ਚ ਫਰਕ ਆ ਬਹੁਤ। ਜਿਹੜੇ ਆਪਣੇ ਘਰਾਂ ਦੇ ਵਿੱਚ ਸਰਾਣੇ ਇਸਤੇਮਾਲ ਹੁੰਦੇ ਆ ਜੀ, ਉਹ ਫਾਈਬਰ ਭਰੀ ਹੋਈ ਆ ਜਾਂ ਰੂੰ ਭਰੀ ਹੋਈ ਆ, ਲੋੜ ਤੋਂ ਜ਼ਿਆਦਾ ਉਹ ਨਰਮ ਹੁੰਦੀ ਆ ਜਾਂ ਬਹੁਤ ਜ਼ਿਆਦਾ ਲੋਕ ਫੁਲਾ ਲੈਂਦੇ ਨੇ। ਦੋਨੇ ਹੀ ਸਥਿਤੀਆਂ ਖਤਰਨਾਕ ਨੇ ਸਾਡੇ ਇਸ ਵਾਲੇ ਏਰੀਆ ਲਈ, ਜਿਹਨੂੰ ਸਰਵਾਈਕਲ ਏਰੀਆ ਬੋਲਿਆ ਜਾਂਦਾ। ਸਰਵਾਈਕਲ ਹੋ ਗਿਆ ਜੀ, ਤੁਹਾਨੂੰ ਕੀ ਹੋ ਗਿਆ ਸਰਵਾਈਕਲ? ਕੁਝ ਵੀ ਨਹੀਂ, ਜਾਂ ਖਿੱਚ ਪੈ ਗਈ ਜਾਂ ਡਿਸਕ ਡਿਸਪਲੇਸਮੈਂਟ ਹੋ ਗਈ। ਉਹਦਾ ਕਾਰਨ ਜਿਹੜੀ ਚੀਜ਼ ਆਪਾਂ ਇੱਥੇ ਇਸਤੇਮਾਲ ਕਰ ਰਹੇ ਹਾਂ ਉਹ ਹੈਗਾ ਸਰਾਣਾ। ਇਹ ਪਰਫੈਕਟ ਸਰਾਣਾ ਵਾ, ਪਰ ਤੁਸੀਂ ਹੁਣ ਮੇਰੇ ਨਾਲ ਚੱਲੋ, 100 ਘਰਾਂ 'ਚ ਆਪਾਂ ਚੱਲਦੇ ਹਾਂ, ਕਿਸੇ ਨੂੰ ਪਰਫੈਕਟ ਸਰਾਣੇ ਦਾ ਨਹੀਂ ਪਤਾ। ਠੀਕ ਹੈ ਨਾ? ਜੇ ਟੈਸਟ ਕਰਨਾ ਆਪਾਂ 100 ਘਰਾਂ ਦੇ ਵਿੱਚ ਵੀ ਟੈਸਟ ਕਰਾਂਗੇ। ਮਤਲਬ ਸਰੀਰ ਜਿਹੜਾ ਬੈੱਡ ਦੇ ਮੁਤਾਬਕ ਸਰਾਣਾ ਨਹੀਂ ਹੈ, ਇਹ ਰੀੜ ਦੀ ਹੱਡੀ ਦੇ ਮੁਤਾਬਕ ਸਰਾਣਾ ਬਣਾਇਆ ਤੁਸੀਂ? ਇਹ ਸਰਾਣਾ ਹੈਗਾ ਜੀ ਜਿਹੜੀ ਸਾਡੀ ਸਰਵਾਈਕਲ ਏਰੀਆ ਵਾ ਉਹਦੀ ਜ਼ਰੂਰਤ ਦੇ ਹਿਸਾਬ ਨਾਲ। ਨਹੀਂ, ਸੌਣ ਦਾ ਢੰਗ ਇਹੀ ਹੈ ਜੀ, ਇਸ ਤਰੀਕੇ ਸਰਾਣਾ ਲੈਣਾ। ਹੁਣ ਸਾਨੂੰ ਇਹ ਵੀ ਸਮਝਾਓ ਕਿ ਸਰਾਣਾ ਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਸਹੀ ਰੂਪ ਦੇ ਵਿੱਚ ਸੌਣਾ ਕਿਵੇਂ ਹੁੰਦਾ। ਗੱਦੇ ਤੁਸੀਂ ਦੱਸਦੇ, ਅਗਰ ਗਲਤ ਪੋਜੀਸ਼ਨ 'ਚ ਸੌਂਗੇ ਮੈਨੂੰ ਲੱਗਦਾ ਗੱਦੇ ਵੀ ਨਹੀਂ ਕੰਮ ਕਰਨੇ। ਨਹੀਂ, ਮੈਂ ਤੁਹਾਨੂੰ ਕੁਐਸਚਨ ਤੁਹਾਡਾ ਮੈਂ ਸਮਝ ਗਿਆ। ਪਿੱਛੇ ਜੇ ਵੀਡੀਓਜ਼ ਵਾਇਰਲ ਹੋਈਆਂ ਨੇ ਕਿ ਸਾਨੂੰ ਇਸ ਪੋਸਚਰ ਦੇ ਵਿੱਚ ਜਿਵੇਂ ਭਾਈ ਸਾਹਿਬ ਪਏ ਨੇ ਨਹੀਂ ਸੌਣਾ ਚਾਹੀਦਾ, ਇਹ ਰੋਂਗ ਪੋਸਚਰ ਆ। ਪਰ ਮੇਰੀ ਸਮਝ ਦੇ ਮੁਤਾਬਕ, ਰੀੜ ਦੀ ਹੱਡੀ ਦੇ ਮੁਤਾਬਕ, ਸਾਡੇ ਗੱਦੇ ਦੇ ਮੁਤਾਬਕ ਇਹ ਪੋਸਚਰ ਵੀ ਠੀਕ ਆ। ਐਕਚੁਅਲੀ ਕੀ ਆ ਕਿ ਇਹ ਮੰਨਿਆ ਜਾਂਦਾ ਕਿ ਸਾਈਡ ਲੈ ਕੇ ਸੌਣਾ ਚਾਹੀਦਾ, ਜਾਂ ਲੈਫਟ ਸਾਈਡ ਤੇ ਜਾਂ ਰਾਈਟ ਸਾਈਡ ਤੇ ਆਪਣੇ ਜਿਹੜਾ ਆਹ ਵਾਲਾ ਏਰੀਆ ਵਾ ਨੀਚੇ ਬਾਜੂ ਲਗਾ ਕੇ, ਕਿਉਂਕਿ ਨਹੀਂ ਤਾਂ ਇਹ ਲਟਕ ਜੂ ਇਸ ਤਰ੍ਹਾਂ ਤੇ ਇਹਨੂੰ ਫੇਰ ਖਿੱਚ ਪੈ ਜੂਗੀ। ਉਹ ਪਿੱਲੋ ਨੂੰ ਜੇ ਧਿਆਨ ਨਾਲ ਦੇਖੋਗੇ, ਉਹ ਸਾਡੇ ਮੋਢੇ ਦੇ ਬਰਾਬਰ ਦਾ ਹੀ ਆ ਉਹਦੀ ਮੋਟਾਈ। ਜੇ ਬੰਦੇ ਨੇ ਸਾਈਡ ਲੈ ਕੇ ਵੀ ਸੌਣਾ ਤਾਂ ਥੱਲੇ ਬਾਂਹ ਦੇਣ ਦੀ ਲੋੜ ਨਹੀਂ, ਇਹ ਸਰਾਣੇ ਤੇ ਸਾਈਡ ਲੈ ਕੇ ਬਿਲਕੁਲ ਪਰਫੈਕਟਲੀ ਸੌਂ ਸਕਦਾ। ਇਹ ਪ੍ਰੋਪਰ ਸਾਈਜ਼ ਆ। ਠੀਕ ਹੈ। ਨਹੀਂ, ਕਈ ਵਾਰ ਤੇ ਹੁੰਦਾ ਕਿ ਬੰਦਾ ਥੱਕਿਆ ਹਾਰਿਆ ਵੱਧ ਹੁੰਦਾ, ਬਾਂਹ ਸਰਾਣੇ ਲੈ ਲੈਂਦਾ, ਉੱਠਦਾ ਪਤਾ ਲੱਗਦਾ ਕਿ ਬਾਂਹ ਤਾਂ ਨਾਲ ਹੀ ਨਹੀਂ ਹੈਗੀ, ਸੌ ਜਾਂਦੀ ਹੈ। ਇਹ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਜੀ। ਸੌਣ ਦਾ ਜਿਹੜਾ ਐਗਜ਼ੈਕਟ ਪੋਸਚਰ ਆ ਜੋ ਫਿਲਹਾਲ ਤੱਕ ਰეკਮੈਂਡਡ ਆ, ਉਹ ਸਾਈਡ ਲੈ ਕੇ ਆ, ਸਾਈਡ ਲੈ ਕੇ ਸੌਣਾ ਚਾਹੀਦਾ। ਪਰ ਮੇਰਾ ਮੰਨਣਾ ਤਾਂ ਇਹ ਆ ਕਿ ਇਦਾਂ ਵੀ ਸੌਂ ਸਕਦੇ ਆ। ਉਹ ਤਾਂ ਸਾਈਡ ਲੈ ਕੇ ਸੌਣ ਲਈ ਕਿਹਾ ਜਾਂਦਾ ਕਿਉਂਕਿ ਗੱਦੇ ਸਹੀ ਨਹੀਂ ਹੁੰਦੇ, ਉਹ ਗੱਦਿਆਂ ਦੀ ਦਿੱਕਤ ਆ। ਇਹ ਗੱਦਾ ਤੁਹਾਡੀ ਬਾਡੀ weight ਦੇ ਹਿਸਾਬ ਨਾਲ, ਤੁਹਾਡੀ ਬਾਡੀ ਦੇ ਜੋ ਸਟਰਕਚਰ ਹੈਗਾ ਉਹਦੇ ਹਿਸਾਬ ਨਾਲ ਐਡਜਸਟਮੈਂਟ ਆਪਣੇ ਆਪ ਕਰੂਗਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਗੱਦਾ ਕਿੰਨਾ ਸੌਫਟ ਹੋਣਾ ਚਾਹੀਦਾ, ਕਿੰਨਾ ਕੁ ਹਾਰਡ ਹੋਣਾ ਚਾਹੀਦਾ, ਉਹਦੀ ਵਾਪਸ ਉੱਠਣ ਦੀ, ਜਦੋਂ ਦਬ ਗਿਆ ਵਾਪਸ ਉੱਠਣ ਦੀ ਕਪੈਸਿਟੀ ਕੀ ਹੈ, ਉਹਨੂੰ ਸਾਡੇ ਡਾਇਨੈਸਟੀ ਬੋਲਦੇ ਆ, ਤੇ ਵਿੱਚ ਮਟੀਰੀਅਲ ਕੀ ਪਾਇਆ ਗਿਆ ਉਹਦੀ ਜਾਣਕਾਰੀ ਹੋਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਨੂੰ ਨਾਪ ਤੋਲ ਕੇ ਹੀ ਸੈੱਟ ਕੀਤਾ ਗਿਆ, ਤੇ ਹਰ ਦੁਕਾਨਦਾਰ ਨੂੰ ਇਕੱਲੇ ਨੂੰ ਨਹੀਂ ਸਮਝਾ ਸਕਦਾ, ਹਰ ਯੂਜ਼ਰ ਨੂੰ ਇਕੱਲੇ ਨੂੰ ਨਹੀਂ ਸਮਝਾ ਸਕਦਾ। ਇਸ ਕਰਕੇ ਅਸੀਂ ਇੱਕ ਬ੍ਰਾਂਡਿੰਗ ਹੀ ਕਰ ਦਿੱਤੀ ਹੈ ਕਿ ਤੁਸੀਂ ਸਿਰਫ ਡਾਕਟਰ ਐਡਵਾਈਸ ਗੱਦੇ ਮੰਗੋ, ਤੁਹਾਨੂੰ ਬਹੁਤੇ ਜ਼ਿਆਦਾ ਪੈਸੇ ਵੀ ਖਰਚਣ ਦੀ ਲੋੜ ਨਹੀਂ, ਨਾਰਮਲ ਪ੍ਰਾਈਸ ਤੇ ਮਿਲੂਗਾ। ਦੁਕਾਨਦਾਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਕੰਪੀਟੀਸ਼ਨ ਜ਼ੋਨ ਨਹੀਂ, ਫਿਕਸ ਰੇਟ ਤੇ ਆਪਣੀ ਚੀਜ਼ ਤੁਸੀਂ ਸੇਲ ਕਰ ਸਕਦੇ ਹੋ। ਮਰੀਜ਼ ਵੀ ਜਾਂ ਕਸਟਮਰ ਵੀ ਚਾਹੁੰਦਾ ਕਿ ਯਾਰ ਮੈਂ ਠੀਕ ਰਵਾਂ, ਮੇਰਾ ਪਰਿਵਾਰ ਠੀਕ ਰਵੇ। ਇੱਕ ਵਾਰੀ ਬਚਾਏ ਹੋਏ 1000 ਰੁਪਈਆ ਸਾਰੀ ਜ਼ਿੰਦਗੀ ਲਈ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੂਗਾ, ਉਹ ਚੱਕਰਾਂ ਦੇ ਵਿੱਚੋਂ ਬਾਹਰ ਕੱਢਣਾ। ਜੀ ਜੀ। ਅੱਛਾ, ਕੁਝ ਕੁ ਹੋਰ ਲੋਕ ਨੇ ਇੱਥੇ ਜਿਹੜੇ ਪਹੁੰਚੇ ਹੋਏ ਨੇ। ਤੁਸੀਂ ਵੈਜ ਤੋਂ ਕੁਝ ਕੀ ਫਰਕ ਕੀ ਲੱਗਿਆ ਜੀ? ਤੁਸੀਂ ਵੀ ਬੜੇ ਗੌਰ ਨਾਲ ਦੇਖ ਰਹੇ ਹੋ ਬੈਠ ਕੇ। ਸਰ ਇਹ ਸੌਫਟ ਨੇ ਨਾ ਜੀ। ਉਹ ਜੋ ਕੀ ਨਾਂ ਹੈ ਤੁਹਾਡਾ? ਮੇਰਾ ਜਸਵੀਰ ਸਿੰਘ ਜੀ। ਅੱਛਾ ਜੀ, ਕਿੱਥੋਂ ਆਏ ਹੋ ਤੁਸੀਂ? ਮੈਂ ਰਾੜਾ ਸਾਹਿਬ ਪਿੰਡੀ। ਅੱਛਾ, ਰਾੜਾ ਸਾਹਿਬ ਤੋਂ ਤੁਸੀਂ ਆਏ ਹੋ, ਤੇ ਤੁਸੀਂ ਸਾਰੇ ਗੱਦਿਆਂ ਦੇ ਉੱਤੇ ਬੈਠ ਕੇ ਚੈੱਕ ਕਰ ਰਹੇ ਸੀ, ਤੇ ਫਿਰ ਕਿਹੜਾ ਗੱਦਾ ਸਭ ਤੋਂ ਵਧੀਆ ਲੱਗਿਆ? ਆਈ ਵੈਸਟ ਲੱਗਿਆ ਜੀ ਮੈਨੂੰ ਤਾਂ। ਅੱਛਾ, ਇਹ ਠੀਕ ਲੱਗਿਆ ਜੀ? ਹਾਂਜੀ, ਉਹ ਸੌਫਟ ਆ ਜੀ, ਉਹ ਹਾਰਡ ਆ। ਅੱਛਾ। ਵੈਜ ਵੀ ਇੱਥੇ ਆਏ ਹੋਏ ਨੇ, ਕੋਈ ਸਵਾਲ ਤੁਹਾਡਾ ਹੈ? ਵੈਜ ਕੀ ਸਮਝਾਉਣਾ ਚਾਹੋਗੇ? ਸਮਝਾਉਣਾ ਤਾਂ ਜੀ ਮੈਂ ਦੱਸਤਾ ਇਹਨਾਂ ਨੂੰ ਕਿ ਜਿਹੜੇ ਡਾਕਟਰ ਐਡਵਾਈਸ ਗੱਦੇ ਨੇ ਉਹ ਗੱਦਿਆਂ ਦੀ ਲਾਈਫ ਦੇ ਹਿਸਾਬ ਨਾਲ ਨਹੀਂ, ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਨਹੀਂ, ਸਰੀਰਕ ਖਮਤਾ ਦੇ ਹਿਸਾਬ ਨਾਲ, ਸਰੀਰ ਦੇ ਹਿਸਾਬ ਨਾਲ ਬਣਾਏ ਗਏ ਨੇ। ਇਹਨਾਂ ਨੂੰ ਯੂਜ਼ ਕਰਕੇ ਆਪਾਂ ਆਪਣੇ ਪਰਿਵਾਰ ਨੂੰ ਕਸ਼ਟਾਂ ਤੋਂ ਬਚਾ ਸਕਦੇ ਹਾਂ। ਕੀ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ? ਤੁਹਾਡੇ ਕੋਈ ਸਵਾਲ ਹੈਗਾ ਸੌਣ ਨਾਲ ਸੰਬੰਧਿਤ, ਗੱਦਿਆਂ ਨਾਲ ਸੰਬੰਧਿਤ, ਸਰਾਣੇ ਨਾਲ ਸੰਬੰਧਿਤ? ਕੀ ਮਨ ਦੇ ਵਿੱਚ ਕੀ ਚੱਲ ਰਿਹਾ ਇਸ ਵੇਲੇ? ਤੁਸੀਂ ਸੁਣ ਵੀ ਰਹੇ ਸੀ ਗੱਲਾਂ ਜਿਹੜੀਆਂ ਵੈਜ ਸਮਝਾ ਰਹੇ ਸੀ। ਉਹ ਵੀ ਜਾਣ ਕਿ ਰੀੜ ਦੀ ਹੱਡੀ ਤੋਂ ਵੀ ਕੋਈ ਪ੍ਰੋਬਲਮ, ਜਿੱਦਾਂ ਵੀ ਵੈਸੇ ਨਾਰਮਲ ਗੱਦੇ ਨੇ ਉਹਨਾਂ ਤੋਂ ਹੈ, ਵੈਸੇ ਵੀ ਹਾਰਡ ਜਾਣ ਕਿ ਰੀੜ ਦੀ ਹੱਡੀ। ਅੱਛਾ, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈ? ਨਹੀਂ ਦਿੱਕਤ ਕੋਈ ਢੂਈ ਦੀ ਦਰਦ ਦੀ ਜਾਂ ਰੀੜ ਦੀ ਹੱਡੀ ਦੀ ਕੋਈ ਕਿਸੇ ਪਰਿਵਾਰ 'ਚ ਦੂਰੋਂ ਨੇੜੇ? ਨਹੀਂ ਫਿਲਹਾਲ ਤਾਂ ਫਿਲਹਾਲ ਨਹੀਂ ਹੈ। ਹਾਂਜੀ, ਬੈ ਜੀ ਤੋਂ ਮੈਂ ਗੱਦਿਆਂ ਬਾਰੇ ਪੁੱਛਣਾ। ਕੀ ਪੁੱਛਣਾ ਹੈ?
ਵੀ ਇਹ ਗੱਦਿਆਂ 'ਚ ਕੀ ਖਾਸੀਅਤ ਆ, ਉਹਨਾਂ 'ਚ ਕੀ ਖਾਸੀਅਤ ਆ। ਜੀ ਜੀ ਜੀ, ਕੀ ਦੱਸਣਾ ਚਾਹੋਗੇ? ਮੈਨੂੰ ਲੱਗਦਾ ਕਿ ਇਹਨਾਂ ਨੇ ਪੈ ਕੇ ਵੀ ਵੇਖਿਆ ਹੈ ਔਰ ਇਹਨਾਂ ਨੂੰ ਫਰਕ ਵੀ ਲੱਗਿਆ, ਕੀ ਸਮਝਾਓਗੇ? ਮੈਂ ਨਾ ਕੰਪੈਰੀਜ਼ਨ ਕਰਨਾ ਦਿਖਾ ਸਕਦਾ ਤੁਹਾਨੂੰ ਕਿ ਮਾਰਕੀਟ ਦੇ ਵਿੱਚ ਗੱਦੇ ਸਸਤੇ ਮਿਲਦੇ ਆ, ਉਹ ਕਿਉਂ ਸਸਤੇ ਆ, ਥੋੜਾ ਜਿਹਾ ਆਪਣੇ ਗੱਦਿਆਂ ਦਾ ਰੇਟ ਦਾ ਡਿਫਰੈਂਸ ਆ, ਉਹ ਕਿਉਂ ਆ, ਕਿਉਂ ਆਪਾਂ ਨੂੰ ਗੱਦੇ ਜਿਹੜੇ ਹੈਗੇ ਉਹ ਸਹੀ ਖਰੀਦਣੇ ਚਾਹੀਦੇ ਆ, ਥੋੜੇ ਜਿਹੇ ਪੈਸਿਆਂ ਲਈ ਸਮਝੌਤਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਤਾਂ ਦੇਖੋ ਆਹ ਹੈਗਾ ਆਪਣਾ ਨਾਰਮਲ ਗੱਦਾ, ਤੁਸੀਂ ਖੁਦ ਹੀ ਦੇਖੋ ਕਿ ਇਹਦਾ ਕਵਰ ਜਿਹੜਾ ਹੈਗਾ, ਕਵਰ ਦਾ ਕੱਪੜਾ ਜੋ ਹੈਗਾ, ਇਹਦੇ ਉੱਪਰ ਕੋਈ ਕੁਇਲਟਿੰਗ ਨਹੀਂ ਹੈਗੀ। ਕੁਇਲਟਿੰਗ ਇੱਧਰਲੇ ਪਾਸੇ ਆ ਇਹਨੂੰ ਕੁਇਲਟਿੰਗ ਬੋਲਦੇ ਜੀ, ਜਿਹੜਾ ਵਿੱਚ ਫੋਮ ਭਰੀ ਹੋਈ ਹੈ। ਇਹਦਾ ਵੀ ਕੋਈ ਅਰਥ ਹੁੰਦਾ ਜੀ? ਬਿਲਕੁਲ ਅਰਥ ਹੁੰਦਾ ਜੀ, ਇਹ ਸਸਪੈਂਸ਼ਨ ਹੁੰਦੀ ਹੈ ਜੀ ਇੱਕ ਤਰ੍ਹਾਂ ਦੀ, ਮਤਲਬ ਸ਼ੌਕ ਨੀਚੋਂ ਜੰਪ ਦੇਣ ਵਾਸਤੇ ਹੁੰਦੀ ਆ। ਇਹ ਬਹੁਤ ਪਤਲੀ ਆ ਪਹਿਲਾਂ ਤਾਂ ਇਹਦੇ ਮੁਕਾਬਲੇ 'ਚ। ਆਹ ਦੇਖੋ ਕਿੰਨਾ ਮੋਟਾ ਫੁੱਲਿਆ ਹੋਇਆ ਵਾ, ਠੀਕ ਹੈ ਨਾ, ਡਿਜ਼ਾਈਨ ਜਿਹੜਾ ਹੈਗਾ ਕਿੰਨਾ ਫੁੱਲਿਆ ਹੋਇਆ, ਤੇ ਇਹਦੇ ਉੱਪਰ ਡਿਜ਼ਾਈਨ ਬਹੁਤ ਥੋੜਾ ਵਾ। ਦੂਸਰਾ ਇਹਦਾ ਕੱਪੜੇ ਦਾ ਜੇ ਕੰਪੈਰੀਜ਼ਨ ਵੈਸੇ ਹੀ ਦੱਸ ਰਿਹਾ ਹੋਣਾ ਤੁਹਾਨੂੰ ਦੇਖਣ ਤੇ ਕਿ ਇਹ ਕੱਪੜਾ ਸਿਲਕੀ ਆ, ਇਹ ਕੱਪੜਾ ਕਾਟਨ ਬੇਸ ਆ, ਪਿਓਰ ਕਾਟਨ ਦਾ ਬਣਵਾਇਆ? 80% ਕਾਟਨ ਹੈ ਜੀ, 20% ਸਿਲਕ ਵਿੱਚ ਹੁੰਦਾ ਹੀ ਆ। ਜਿਹੜਾ ਬਿਲਕੁਲ ਕਾਟਨ ਹੁੰਦਾ ਉਹਦਾ ਰੇਟ ਹੋਰ ਜ਼ਿਆਦਾ, ਜਿਹੜੇ ਹਾਈ ਰੇਂਜਸ ਨੇ ਉਹਨਾਂ ਦੇ ਵਿੱਚ ਬਿਲਕੁਲ ਪਿਓਰ ਕਾਟਨ ਵੀ ਹੈਗਾ, ਉਹ ਅਵੇਲੇਬਲ ਆ। ਇਹ 80% ਕਾਟਨ ਹੈਗਾ। ਔਰ ਇਹਦੀ ਥਿਕਨੈਸ ਦੇਖੋ, ਮੋਟਾਈ, ਇਹ 3.5 ਇੰਚ ਗੱਦੇ ਦੀ ਮੋਟਾਈ ਆ, ਤੇ ਇਹ ਗੱਦੇ ਦੀ ਮੋਟਾਈ ਦੇਖਾਂਗੇ ਜੇ ਆਪਾਂ ਤਾਂ ਇਹ 6 ਇੰਚ ਮੋਟਾ ਗੱਦਾ ਹੈਗਾ, ਇਹਦੀ ਮੋਟਾਈ ਬਹੁਤ ਜ਼ਿਆਦਾ। ਫਿਰ ਇਹਨੂੰ ਦੱਬ ਕੇ ਜੇ ਆਪਾਂ ਦੇਖਦੇ ਹਾਂ ਤਾਂ ਇਹ ਸਿਰਫ ਇੰਨਾ ਕੀ ਦੱਬਦਾ ਉੱਪਰੋਂ। ਇਹਨੂੰ ਜੇ ਆਪਾਂ ਦੱਬ ਕੇ ਦੇਖਦੇ ਹਾਂ, ਦੇਖੋ ਠੀਕ ਹੈ ਨਾ, ਜਿੱਥੇ ਤੱਕ ਸਾਨੂੰ ਸਸਪੈਂਸ਼ਨ ਚਾਹੀਦੀ ਆ ਸਾਡੀ ਸਪਾਈਨ ਨੂੰ, ਉਹ ਪਰਫੈਕਟ ਆ। ਜੇ ਇਹ ਜ਼ਿਆਦਾ ਵੀ ਹੋਊਗੀ ਨਾ ਸਸਪੈਂਸ਼ਨ ਤਾਂ ਵੀ ਨੁਕਸਾਨ ਕਰੂਗੀ। ਅੱਛਾ ਮਾਫ ਕਰਨਾ ਤੁਹਾਨੂੰ, ਮੈਂ ਵਿੱਚ ਰੋਕ ਰਿਹਾ ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ, ਵਲਵਲਾ ਖਾ ਰਿਹਾ। ਉਹ ਸਵਾਲ ਇਹ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਜੋ ਗੱਦੇ ਨਾਰਮਲ ਇਸਤੇਮਾਲ ਕਰ ਰਹੇ ਨੇ ਔਰ ਉਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ, ਤੇ ਫਿਰ ਉਹਨਾਂ ਨੂੰ ਤਾਂ ਬਦਲਣ ਦੀ ਜ਼ਰੂਰਤ ਨਹੀਂ ਹੈ ਆਪਣੇ ਗੱਦੇ? ਨਹੀਂ ਸਰ, ਬਿਲਕੁਲ ਬਦਲਣ ਦੀ ਜ਼ਰੂਰਤ ਆ। ਜੇ ਲੌਜੀਕ ਦੇ ਕੇ ਚੱਲਾਂਗੇ ਆਪਾਂ, ਸਮੱਸਿਆ ਆਉਣ ਤੋਂ ਬਾਅਦ ਸਮਾਧਾਨ ਬਹੁਤ ਔਖਾ। ਮੇਰਾ ਇਹ ਮਕਸਦ ਨਹੀਂ ਹੈਗਾ ਕਿ ਅਸੀਂ ਮਰੀਜ਼ਾਂ ਨੂੰ ਇਹ ਗੱਦੇ ਸੇਲ ਕਰੀਏ। ਮੇਰਾ ਮਕਸਦ ਤਾਂ ਸਾਰਿਆਂ ਨਾਲ ਜੁੜਿਆ ਹੋਇਆ ਕਿ ਹਰ ਕੋਈ ਇਨਸਾਨ ਕੰਫਰਟੇਬਲੀ ਘੱਟੋ ਘੱਟ ਆਰਾਮ ਨਾਲ ਸੌਂ ਤਾਂ ਜਾਵੇ। ਸਵੇਰੇ ਜਾਂਦਾ ਬੰਦਾ, ਚਾਹੇ ਕੋਈ ਬਿਜ਼ਨਸ ਕਰਦਾ, ਚਾਹੇ ਕੋਈ ਜੌਬ ਕਰਦਾ, ਚਾਹੇ ਕੋਈ ਲੇਬਰ ਜੌਬ ਕਰਦਾ, ਕੁਛ ਮਰਜ਼ੀ ਕਰਦਾ, ਕਾਹਦੇ ਲਈ ਕਰਦਾ? ਜਾਂ ਭੋਜਨ ਜਾਂ ਆਰਾਮਦਾਰੀ, ਦੋ ਚੀਜ਼ਾਂ ਲਈ ਕਰਦਾ। ਭੋਜਨ ਵੀ ਅਸੀਂ ਗਲਤ ਖਾ ਰਹੇ ਹਾਂ ਤੇ ਰਾਤ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾਉਂਦੇ। ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਲੋਕ ਠੀਕ ਵੀ ਨੇ, ਜਿਨ੍ਹਾਂ ਨੇ ਹੁਣ ਇਸ ਸੀਜ਼ਨ ਦੇ ਵਿੱਚ ਗੱਦੇ ਵਗੈਰਾ ਖਰੀਦਣੇ ਹੈਗੇ ਆ, ਉਹ ਕੋਸ਼ਿਸ਼ ਕਰੋ ਕਿ ਤੁਸੀਂ ਪਰਫੈਕਟ ਗੱਦੇ ਖਰੀਦੋ, ਆਪਦੇ ਲਈ ਬਿਮਾਰੀਆਂ ਨਾ ਖਰੀਦੋ। ਪੈਸੇ ਦਾ ਖਰਚ ਨਹੀਂ ਹੈ। ਅੱਛਾ ਚਲੋ, ਜਿੱਥੇ ਤੱਕ ਤੁਹਾਡੀ ਪਹੁੰਚ ਨਹੀਂ ਹੈਗੀ ਤੇ ਫਿਰ ਉਹ ਗੱਦੇ ਕਿਹੋ ਜਿਹੇ ਹੋਣੇ ਚਾਹੀਦੇ ਨੇ? ਸਾਨੂੰ ਇਹ ਦੱਸੋ ਵੀ ਇੱਕ ਗੱਦਾ ਕਿਹੋ ਜਿਹਾ ਹੋਣਾ ਚਾਹੀਦਾ? ਗੱਦਾ ਜੇ ਮੈਂ ਇਹ ਗੱਲ ਸਮਝਾ ਸਕਦਾ ਹੁੰਦਾ ਤਾਂ ਮੈਂ ਆਪਣੇ ਗੱਦੇ ਲਾਂਚ ਨਹੀਂ ਸੀ ਕਰਨੇ। ਜੇ ਮੈਂ ਇਹ ਗੱਲ ਸਮਝਾ ਸਕਦਾ ਹੁੰਦਾ ਕਿ ਗੱਦੇ ਕਿੱਦਾਂ, ਮੈਂ ਤੁਹਾਨੂੰ ਕਿੱਦਾਂ ਸਮਝਾਊਂਗਾ? ਮੇਰੇ ਕੋਲੇ ਵੀ ਬੰਦਾ ਆ ਜਾਵੇ, ਮੈਂ 2-3 ਘੰਟੇ 'ਚ ਵੀ ਨਹੀਂ ਸਮਝਾ ਸਕਦਾ, 10-15 ਮਿੰਟ 'ਚ ਕਿਵੇਂ ਸਮਝਾਊਂਗਾ? ਇਹ ਪੋਸੀਬਲ ਹੀ ਨਹੀਂ ਹੈਗਾ। ਇਸੇ ਲਈ ਮੈਂ ਕਿੰਨੇ ਸਾਲਾਂ ਤੋਂ ਟ੍ਰੀਟਮੈਂਟ ਕਰ ਰਿਹਾ ਹਾਂ। ਮਜਬੂਰੀ 'ਚ ਮੈਨੂੰ ਇਹ ਗੱਦੇ ਲਾਂਚ ਕਰਨੇ ਪਏ। ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਮਜਬੂਰੀ 'ਚ ਇੱਕ ਚੀਜ਼ ਲਾਂਚ ਕੀਤੀ ਹੈਗੀ ਆ। ਇਹ ਮੇਰਾ ਕੋਈ ਬਿਜ਼ਨਸ ਨਹੀਂ, ਲੋਕਾਂ ਦੀ ਸੇਵਾ 'ਚ ਹੀ ਆ। ਦੁਕਾਨਦਾਰਾਂ ਦੀ ਭਲਾਈ ਵੀ ਆ, ਖਰੀਦਦਾਰ ਦੀ ਭਲਾਈ ਵੀ ਆ, ਕਿਉਂਕਿ ਉਹ ਆਪਣਾ ਕੰਪੀਟੀਸ਼ਨ ਜ਼ੋਨ ਦੁਕਾਨਦਾਰ ਨਹੀਂ ਛੱਡ ਪਾ ਰਿਹਾ, ਪੈਸੇ ਬਾਰੇ ਖਿੱਚ ਖਰੀਦਦਾਰ ਨਹੀਂ ਛੱਡ ਪਾ ਰਿਹਾ, ਔਰ ਦੋਨੋਂ ਹੀ ਅਣਜਾਣ ਨੇ, ਕਿਸੇ ਨੂੰ ਢੂਈ ਦਾ ਪਤਾ ਹੀ ਨਹੀਂ। ਜਿਹੜੀ ਚੀਜ਼ਾਂ ਨੂੰ ਸਿੱਖਣ ਲਈ 5 ਸਾਲ 10 ਸਾਲ ਦੀ ਡਿਗਰੀਆਂ ਕਰਨੀਆਂ ਪੈਂਦੀਆਂ ਨੇ, ਮੈਂ 10-15 ਮਿੰਟ ਦੀ ਵੀਡੀਓ 'ਚ ਸਮਝਾ ਹੀ ਨਹੀਂ ਸਕਦਾ। ਸੌਰੀ ਫॉर दैट। ਅੱਛਾ ਫਿਰ ਇੱਕ ਜਾਂਦੇ ਹੋਰ ਇੱਕ ਅਹਿਮ ਬੜਾ ਸਵਾਲ, ਸਾਨੂੰ ਇਹ ਵੀ ਦੱਸੋ ਕਿ ਇਸ ਗੱਦੇ ਦੇ ਵਿੱਚ ਤੇ ਜਿਹੜਾ ਨਾਰਮਲ ਗੱਦਾ ਹੈਗਾ ਰੂਟੀਨ ਵਾਲਾ, ਅਗਰ ਅਸੀਂ ਇਸਤੇਮਾਲ ਕਰਦੇ ਹਾਂ, ਕਿਸੇ ਤਰ੍ਹਾਂ ਦੇ ਜਿਹੜੇ ਰੋਗ ਹੋ ਸਕਦੇ ਨੇ ਢੂਹੀ ਨਾਲ ਸੰਬੰਧਿਤ, ਸਕਿਨ ਨਾਲ ਸੰਬੰਧਿਤ, ਕਿਹੜੇ ਰੋਗਾਂ ਤੋਂ ਬਚਾਅ ਕਰੇਗਾ ਇਹ? ਦੇਖੋ, ਵੈਸੇ ਤਾਂ ਬਹੁਤ ਵੱਡੀ ਵੋਕੈਬਲਰੀ ਹੈ ਇਹਨਾਂ ਚੀਜ਼ਾਂ ਦੀ। ਢੂਹੀ ਤੇ ਸਕਿਨ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਨੇ। ਮੈਂ ਤਾਂ ਬਿਲਕੁਲ ਸਿੰਪਲ ਗੱਲ ਕਰਦਾ ਕਿ ਜਿਨ੍ਹਾਂ ਨੂੰ ਢੂਹੀ ਦੇ ਉੱਪਰ ਖਾਜ ਹੁੰਦੀ ਹੈ, ਸਕਿਨ ਦੇ ਉੱਪਰ ਰੈਸ਼ਿਸ ਆਉਂਦੇ ਨੇ, ਉਹ ਪਹਿਲਾਂ ਆਪਣੇ ਗੱਦੇ ਨੂੰ ਚੇਂਜ ਕਰਕੇ ਦੇਖਣ, ਦਵਾਈਆਂ ਬਾਅਦ ਦੇ ਵਿੱਚੋਂ ਖਰੀਦਣ। ਨਹੀਂ, ਕਈਆਂ ਦੇ ਕਹਿੰਦੇ ਨੇ ਜੀ ਕਿ ਜੀ ਜਿਵੇਂ ਮੌਸਮ ਬਦਲਦਾ ਹੈ ਤੇ ਸਾਡੇ ਸਕਿਨ ਤੇ ਅਲਰਜੀਆਂ ਹੋ ਜਾਂਦੀਆਂ ਨੇ, ਅਕੜਾਅ ਆ ਜਾਂਦਾ ਹੈ, ਸਿਰ ਦਰਦ ਕਰਨ ਲੱਗ ਜਾਂਦਾ ਹੈ, ਲੱਤਾਂ ਗੋਡੇ ਮੋਢੇ ਦਰਦ ਕਰਨ ਲੱਗ ਜਾਂਦੇ ਨੇ। ਦੇਖੋ, ਉਹ ਸਾਰਾ ਕੁਝ ਹੀ ਹੁੰਦਾ ਜਦੋਂ ਮੌਸਮ ਚੇਂਜ ਹੁੰਦਾ ਨਾ, ਕੋਈ ਗਰਮੀ ਤੋਂ ਸਰਦੀ ਆਉਣੀ ਹੈ ਜਾਂ ਸਰਦੀ ਤੋਂ ਗਰਮੀ ਆਉਣੀ ਹੈ, ਉਸ ਸਮੇਂ ਬੈਕਟੀਰੀਆ ਬਹੁਤ ਜ਼ਿਆਦਾ ਫੈਲਦਾ। ਤੁਸੀਂ ਕਲਪਨਾ ਕਰਕੇ ਦੇਖੋ ਕਿ ਗਰਮੀ ਦੇ ਮਹੀਨੇ ਦੇ ਵਿੱਚ ਆਪਾਂ ਜਿਹੜੇ ਬੈੱਡ ਤੇ ਸੌਂ ਰਹੇ ਹਾਂ, ਆਪਣੇ ਪੂਰੀ ਬੋਡੀ ਨੂੰ ਪਸੀਨਾ ਆ ਰਿਹਾ, ਉੱਥੇ ਕਿੰਨਾ ਬੈਕਟੀਰੀਆ ਹੋਊਗਾ, ਠੀਕ ਹੈ ਨਾ। ਤੇ ਇਸ ਤਰ੍ਹਾਂ ਦਾ ਐਟਮੋਸਫੀਅਰ, ਉਦੋਂ ਬਾਅਦ ਗੱਦਿਆਂ ਦਾ ਐਟਮੋਸਫੀਅਰ ਖਰਾਬ ਆ, ਸਾਡੇ ਸਰੀਰ ਨੂੰ ਰੈਸਟਲੈਸ ਹੋਣ ਤੇ ਬੰਦੇ ਨੂੰ ਕੀ ਕੁਝ ਨਹੀਂ ਹੁੰਦਾ, ਬੀਪੀ ਵੱਧਦਾ, ਹਾਈਪਰਟੈਂਸ਼ਨ। ਜੇ ਤੁਸੀਂ ਡਾਇਰੈਕਟ ਗੱਲਾਂ ਕਰੋਗੇ ਤਾਂ ਉਹ ਥੋੜੀਆਂ ਨੇ, ਪਰ ਇਨਡਾਇਰੈਕਟ ਗੱਲਾਂ ਕਰਾਂਗੇ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਨੇ। ਇਨਡਾਇਰੈਕਟ ਤਾਂ ਬੰਦੇ ਨੂੰ ਹਾਰਟ ਅਟੈਕ ਵੀ ਆ ਸਕਦਾ। ਬੰਦਾ ਜੇ ਰੈਸਟ 'ਚ ਹੀ ਹੈ ਨਹੀਂ, ਸਾਰੀ ਰਾਤ ਪਾਸੇ ਮਰੀ ਜਾਂਦਾ, ਉਹਨੂੰ ਬੇਚੈਨੀ ਵਧੀ ਜਾ ਰਹੀ ਹੈ, ਤਾਂ ਮੇਬੀ ਇਹ ਪ੍ਰੋਬਲਮ ਵੀ ਆ ਜਾਵੇ। ਸੋ ਬਹੁਤ ਸਾਰੀਆਂ ਸਮੱਸਿਆਵਾਂ ਨੇ, ਅਣਗਿਣਤ ਸਮੱਸਿਆਵਾਂ ਨੇ। ਡਾਇਰੈਕਟ ਗੱਲ ਕਰਦਾ ਕਿ ਢੂਈ ਦੇ ਵਿੱਚ, ਰੀੜ੍ਹ ਦੀ ਹੱਡੀ ਦੇ ਵਿੱਚ ਦਰਦ, ਸਰਵਾਈਕਲ ਸਪੌਂਡਲਾਈਸਿਸ ਗਰਦਨ ਦੇ ਵਿੱਚ ਦਰਦ, ਤੇ ਸਕਿਨ ਦੀਆਂ ਪ੍ਰੋਬਲਮਸ, ਇਹ ਇਹਨਾਂ ਲਈ ਗੱਦਾ ਜ਼ਿੰਮੇਵਾਰ ਹੋ ਸਕਦਾ। ਈਵਨ ਜੇ ਤੁਸੀਂ ਗੱਲ ਕਰੋਗੇ ਕਿ ਸੈਕਸ ਪ੍ਰੋਬਲਮਸ ਲਈ ਵੀ, ਮਰਦਾਨਾ ਕਮਜ਼ੋਰੀ ਲਈ ਵੀ ਗੱਦਾ ਜ਼ਿੰਮੇਵਾਰ
ਹੋ ਸਕਦਾ। ਬੰਦਾ ਸਾਰੀ ਰਾਤ 8 ਘੰਟੇ ਦੀ ਨੀਂਦ ਜਾਂ 6 ਘੰਟੇ ਦੀ ਨੀਂਦ ਲੈਂਦਾ, ਜਿਹੜੀ ਕਿ ਮੈਨੂੰ ਲੱਗਦਾ ਇਨਫ ਹੁੰਦੀ ਹੈ ਇੱਕ ਜਵਾਨ ਬੰਦੇ ਵਾਸਤੇ, ਕੰਮ ਕਾਰ ਕਰਨ ਵਾਸਤੇ। ਤੇ ਕਈ ਵਾਰ ਹੁੰਦਾ ਹੈ ਕਿ 6 ਜਾਂ 8 ਘੰਟੇ ਦੀ ਨੀਂਦ ਲਈ ਉਸ ਤੋਂ ਬਾਅਦ ਫਰੈਸ਼ ਹੋਣ ਦੀ ਥਾਂ ਤੇ ਬੰਦੇ ਦੀ ਸਾਰੀ ਪਿੱਠ ਹੈਗੀ ਹੈ ਜਿਹੜੀ ਉਹ ਬਿਲਕੁਲ ਆਕੜੀ ਪਈ ਹੁੰਦੀ ਹੈ ਤੇ ਪਾਸਾ ਵੀ ਨਹੀਂ ਲੈ ਹੁੰਦਾ। ਔਰ ਕਈ ਵਾਰ ਹੁੰਦਾ ਹੈ ਕਿ ਪਾਸਾ ਜੇ ਲੈ ਲਵੇ ਤਾਂ ਚੀਕਾਂ ਨਿਕਲ ਜਾਂਦੀਆਂ ਨੇ। ਉਹਦਾ ਕਾਰਨ ਵੀ ਕਿਤੇ ਨਾ ਕਿਤੇ ਮਾੜੇ ਗੱਦੇ ਹੁੰਦੇ ਨੇ। ਡੈਫੀਨੇਟਲੀ ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਮੈਂ ਹਮੇਸ਼ਾ ਕੁਦਰਤ ਦਾ ਸਤਿਕਾਰ ਕਰਦਾ ਕਿ ਇੰਨਾ ਵਧੀਆ ਸਾਨੂੰ ਸਟਰਕਚਰ ਦਿੱਤਾ ਕੁਦਰਤ ਨੇ ਬਣਾ ਕੇ, ਇਹਨੂੰ ਸਮਝਣਾ ਵੀ ਬੜਾ ਔਖਾ ਵਾ। ਕਿਤੇ ਨਾ ਕਿਤੇ ਅਸੀਂ ਗਲਤੀਆਂ ਖੁਦ ਕਰ ਜਾਂਦੇ ਆ, ਠੀਕ ਹੈ ਨਾ। ਜਿਹੜੇ ਹਾਰਡ ਗੱਦੇ ਦੇ ਉੱਤੇ ਕੋਈ ਬੰਦਾ ਸੌਂ ਗਿਆ, ਉਹਦੇ ਜਿਹੜੇ ਮਸਲ ਦੇ ਟਿਸ਼ੂਜ਼ ਨੇ ਉਹ ਪ੍ਰੈਸ ਹੋ ਜਾਂਦੇ ਆ, ਮਤਲਬ ਦਬ ਜਾਂਦੇ ਆ। ਅੰਦਰ ਦੀ ਖੂਨ ਦੀ ਸਪਲਾਈ ਪ੍ਰੋਪਰ ਨਹੀਂ ਚੱਲਦੀ ਹੈਗੀ। ਜੇ ਖੂਨ ਦੀ ਸਪਲਾਈ ਪ੍ਰੋਪਰ ਨਹੀਂ ਚੱਲੂਗੀ ਤਾਂ ਡੈਫੀਨੇਟਲੀ ਉੱਥੇ ਬਾਡੀ ਪੇਨ ਰਾਹੀਂ ਮੈਸੇਜ ਦਊਗੀ। ਜਿਹੜੇ ਗੱਦੇ ਹਾਰਡ ਨੇ ਜਾਂ ਅਨਕੰਫਰਟੇਬਲ ਹੈ ਜਾਂ ਬਹੁਤ ਜ਼ਿਆਦਾ ਸੌਫਟ ਨੇ, ਦੋਨਾਂ 'ਚ ਹੀ ਖਤਰਾ ਵਾ। ਹਾਰਡ ਗੱਦਿਆਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਬੰਦੇ ਦਾ ਬਲੱਡ ਸਰਕੂਲੇਸ਼ਨ ਰੁਕ ਗਈ ਸੌਣ ਨਾਲ ਤਾਂ ਬਾਡੀ ਪੇਨ ਕਰਦੀ ਆ, ਉਹ ਬੰਦਾ ਕਰਵਟ ਲੈ ਲੈਂਦਾ। ਰਾਤ ਨੂੰ ਸੁੱਤੇ ਪਏ ਤੁਸੀਂ ਦੇਖੋਗੇ ਕਿ ਬੰਦਾ ਇੱਕ ਪਾਸੇ ਟਿਕ ਕੇ ਨਹੀਂ ਸੌਂਦਾ, ਕਦੇ ਵੀ ਕਿਸੇ ਵੀ ਗੱਦੇ 'ਤੇ ਨਹੀਂ ਸੌਂਦਾ। ਉਹ ਸਾਡੀ ਬਾਡੀ ਦਾ ਇੱਕ ਸਿਸਟਮ ਆ। ਪਰ ਹਾਰਡ ਗੱਦੇ ਦੇ ਉੱਤੇ ਬੰਦੇ ਨੂੰ ਬਾਰ-ਬਾਰ ਰੋਟੇਟ ਹੋਣਾ ਪਊਗਾ ਤੇ ਉਹਦੇ ਮਸਲ ਪ੍ਰੈਸ ਹੋ ਕੇ ਖੂਨ ਦੀ ਸਪਲਾਈ ਦਾ ਜਿਹੜਾ ਫਲੋ ਆ ਉਹ ਘਟ ਜਾਂਦਾ ਤੇ ਉਹ ਸਟਿਫਨੈਸ ਆ ਜਾਂਦੀ ਹੈ, ਜਿਹਨੂੰ ਜਕੜਨ ਬੋਲਦੇ ਆ। ਕਹਿੰਦੇ ਨੇ ਵੀ ਜੇ ਹਾਰਡ ਗੱਦੇ ਅਸੀਂ ਯੂਜ਼ ਕਰੀਏ ਤਾਂ ਉਹਦੇ ਨਾਲ ਰੀੜ੍ਹ ਦੀ ਹੱਡੀ ਘਸ ਵੀ ਜਾਂਦੀ ਹੈ। ਘਸਦੀ ਨਹੀਂ ਹੈ, ਫਲੈਟ ਹੋ ਜਾਂਦੀ ਆ, ਸਿੱਧੀ ਹੋ ਜਾਂਦੀ ਹੈ। ਜਿਹੜੇ ਸਾਡੇ ਕਰਵ ਨੇ ਰੀੜ੍ਹ ਦੀ ਹੱਡੀ, ਦੇਖੋ ਤੁਸੀਂ ਆਪਣੀ ਕਮਰ ਦੇ ਉੱਤੇ ਹੱਥ ਫੇਰ ਕੇ ਦੇਖੋ, ਇੱਥੋਂ ਨੀਵੀਂ ਆ, ਅੰਦਰ ਨੂੰ ਆ, ਮੋਰਾਂ ਤੋਂ ਉੱਪਰ ਨੂੰ ਆ, ਬਾਹਰ ਨੂੰ, ਹਿਪਸ ਤੋਂ ਫੇਰ ਬਾਹਰ ਨੂੰ ਆ। ਇਹ ਸਟਰਕਚਰ ਆ। ਜੇ ਅਸੀਂ ਕੈੜੇ ਗੱਦੇ ਤੇ ਪਾਵਾਂਗੇ ਤਾਂ ਉਹ ਸਿੱਧਾ ਹੋ ਜਾਂਦਾ ਹੌਲੀ ਹੌਲੀ ਸਮੇਂ ਦੇ ਨਾਲ। ਪਰ ਸਮਾਂ ਕਾਫੀ ਲੱਗ ਜਾਂਦਾ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਜ਼ਿੰਦਗੀ 'ਚ ਬਰਬਾਦੀ ਦਾ ਕਾਰਨ ਇਹ ਮੇਰੇ ਗਲਤ ਖਰੀਦੇ ਹੋਏ ਗੱਦੇ ਨੇ। ਉਹ ਜਦੋਂ 5-7 ਸਾਲ ਦੇ ਵਿੱਚ ਸਮੱਸਿਆ ਆਉਣੀ ਆ। ਇੱਕਦਮ ਨਹੀਂ ਹੁੰਦਾ ਕਿ ਬੰਦਾ ਅੱਜ ਗੱਦੇ ਲਿਆਇਆ ਤੇ ਅੱਜ ਹੀ ਬਿਮਾਰ ਹੋ ਰਹੀ। ਉਹ ਬਹੁਤ ਘੱਟ ਕੇਸ ਨੇ, ਪਰ ਹੋ ਜਾਂਦਾ ਗਾ। ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤਾਂ ਮੌਕੇ ਤੇ ਵੀ ਆ ਜਾਂਦੀਆਂ ਨੇ। ਇਹੀ ਦੇ ਕਾਰਨ ਕਰਕੇ ਤਾਂ ਮੈਂ ਗੱਦੇ ਤਿਆਰ ਕਰਤੇ ਕਿ ਮੇਰੇ ਕੋਲੇ ਬਾਰ-ਬਾਰ ਆਉਣਾ ਹੀ ਨਾ ਪਵੇ। ਮਸਾਜ ਕਰਨੀਆਂ ਸੌਖੀਆਂ ਨਹੀਂ ਹੈਗੀਆਂ, ਬੜੀ ਔਖੀ ਹੈ। ਸਾਡੇ ਸਟਾਫ ਮੈਂਬਰ ਰੱਖੇ ਹੋਏ ਸੀ, ਉਹ ਭੱਜ ਜਾਂਦੇ ਵੀ ਇੰਨੀਆਂ ਮਸਾਜਾਂ ਕਰਨੀਆਂ ਪੈਂਦੀਆਂ ਨੇ ਲੋਕਾਂ ਦੀਆਂ। ਇਹ ਤਾਂ ਬਹੁਤ ਔਖਾ ਸਿਸਟਮ ਆ ਔਰ ਇੰਨੇ ਲੋਕਾਂ ਨੂੰ ਪ੍ਰੋਬਲਮ ਆ, ਤਾਂ ਹੀ ਉਹ ਗੱਦੇ ਲਾਂਚ ਕੀਤੇ ਆ। ਵੀ ਕੋਈ ਗੱਲ ਨਹੀਂ ਹੈਗੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੇ ਦੁਕਾਨਦਾਰ ਭਰਾਵਾਂ ਨਾਲ ਜੁੜਾਂਗੇ, ਉਹਨਾਂ ਨੂੰ ਇਹ ਪ੍ਰੋਡਕਟ ਅਵੇਲੇਬਲ ਕਰਵਾਵਾਂਗੇ, ਹਰ ਕੋਈ ਯੂਜ਼ ਕਰੂਗਾ। ਇਹ ਭਾਈ ਸਾਹਿਬ ਵੀ ਪਹਿਲਾਂ ਦੂਜੇ ਹੀ ਕਰਦੇ ਸੀ, ਉਹ ਦੇਖੋ ਗੱਦੇ ਪਏ ਆ, ਠੀਕ ਹੈ ਨਾ। ਅੱਛਾ, ਇਹ ਤੁਸੀਂ ਦੁਕਾਨ ਵਾਲੇ ਜੀ? ਹਾਂਜੀ ਕੀ ਨਾਂ ਹੈ ਤੁਹਾਡਾ? ਰਕੇਸ਼ ਕੁਮਾਰ ਜੀ। ਅੱਛਾ, ਰਕੇਸ਼ ਕੁਮਾਰ ਜੀ। ਰਕੇਸ਼ ਜੀ, ਕੀ ਫਰਕ ਲੱਗਿਆ? ਲੋਕ ਕਿੰਨਾ ਕੁ ਪਸੰਦ ਕਰ ਰਹੇ ਨੇ? ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਰੱਖਿਆ ਨੂੰ? ਇਹਨਾਂ ਨੂੰ ਅਸੀਂ ਤਕਰੀਬਨ ਆਪਣੇ ਸਾਲ ਕੁ ਤੋਂ ਵੇਚ ਰਹੇ ਹਾਂ ਜੀ ਤੇ ਬਹੁਤ ਜ਼ਿਆਦਾ ਫਰਕ ਹੈਗਾ ਇਹਦਾ। ਤੇ ਜਿੱਦਾਂ ਆਪਾਂ ਦੱਸਦੇ ਹਾਂ, ਕੁਆਲਿਟੀ ਦੱਸਦੇ ਹੈਗੇ ਆ ਕਸਟਮਰ ਨੂੰ, ਤਾਂ ਕਸਟਮਰ ਸਮਝਦਾ ਵੀ ਹੈਗਾ ਜੀ। ਔਰ ਹਰੇਕ ਕਸਟਮਰ ਵਧੀਆ ਚੀਜ਼ ਲੈਣਾ ਚਾਹੁੰਦਾ। ਕਿਸੇ ਦੇ ਮਨ 'ਚ ਇਹ ਨਹੀਂ ਹੋਵੇ ਵੀ ਸਾਡੇ ਘਰੇ ਮਾੜੀ ਚੀਜ਼ ਆਵੇ। ਇਹ ਜ਼ਰੂਰ ਹੋ ਜਾਂਦਾ ਵੀ ਪੈਸੇ ਦਾ ਥੋੜਾ ਜਿਹਾ ਵੀ ਭਾਈ ਸਾਨੂੰ ਘੱਟ ਮਿਲ ਜੇ, ਪਰ ਮਾੜੀ ਚੀਜ਼ ਕੋਈ ਖਰੀਦਣਾ ਨਹੀਂ ਚਾਹੁੰਦਾ ਹੈਗਾ ਜੀ। ਨਹੀਂ, ਕਈ ਵਾਰ ਗੱਦਾ ਮਾਫ ਕਰਨਾ ਗੋਇਲ ਸਾਹਿਬ, ਕਈ ਵਾਰ ਬੰਦਾ ਗੱਦੇ ਖਰੀਦ ਕੇ ਲੈ ਜਾਂਦਾ ਤੇ ਸੁੱਤਾ ਪਿਆ ਹੀ ਫਿਰ ਦੁਕਾਨਦਾਰ ਨੂੰ ਜਿਹੜਾ ਅਸੀਂ ਕਹਿ ਲਈਏ ਕਿ ਪੁੰਨ ਦੇਈ ਜਾਂਦਾ ਹੈ ਕਿ ਜੀ ਕੈਸਾ ਗੱਦਾ ਦਿੱਤਾ ਤਾਂ ਢੂਈ ਨਹੀਂ ਸਿੱਧੀ ਹੁੰਦੀ, ਕੈਸਾ ਗੱਦਾ ਦਿੱਤਾ ਸਾਡਾ। ਇਸੇ ਚੱਕਰ ਦੇ ਵਿੱਚ ਅਸੀਂ ਇਹ ਕੁਆਲਿਟੀ ਵੇਚਣ ਲੱਗੇ ਹੈਗੇ ਆ ਵੀ ਸਾਨੂੰ ਸੁੱਤੇ ਪਏ ਵੀ ਗਾਲਾਂ ਕੱਢੀ ਜਾਂਦਾ, ਕਸਟਮਰ ਸੁੱਤੇ ਪਏ ਵੀ ਗਾਲਾਂ ਕੱਢੀ ਜਾਂਦਾ। ਉਹਦਾ ਕਾਰਨ ਵੀ ਕਹਿੰਦਾ ਮਤਲਬ ਜਦੋਂ ਉਹਨੂੰ ਰੈਸਟ ਨਹੀਂ ਮਿਲਦਾ, ਕਿਉਂਕਿ ਆਪਾਂ 5-7 ਘੰਟੇ ਜਦੋਂ ਮੇਰੀ ਰਾਤ ਨੂੰ ਰੈਸਟ ਕਰਨੀ ਹੈਗੀ ਆ, ਵੀ ਉਹ ਸਹੀ ਆਪਾਂ ਨੂੰ ਚੀਜ਼ ਮਿਲੀ ਹੋਵੇ ਤਾਂ ਸਹੀ ਹੈਗਾ ਜੀ। ਹਾਂਜੀ ਹਾਂਜੀ। ਅੱਛਾ, ਇੱਕ ਗੱਲ ਹੋਰ ਸਮਝਾਓ। ਸਮਝਾਉਣ 'ਚ ਨਹੀਂ ਔਖਾ ਲੱਗਦਾ ਲੋਕ, ਕਿਉਂਕਿ ਜ਼ਿਆਦਾਤਰ ਕੰਪੀਟੀਸ਼ਨ ਦਾ ਜ਼ਮਾਨਾ ਹੈ ਇਸ ਵੇਲੇ। ਤੁਸੀਂ ਆਪਣੇ ਸਾਥੀ ਦੁਕਾਨਦਾਰਾਂ ਨੂੰ ਕੀ ਕਹੋਗੇ ਕਿ 1000-500 ਰੁਪਏ ਪਿੱਛੇ ਮੈਨੂੰ ਲੱਗਦਾ ਕਿ ਲੋਕਾਂ ਦੀ ਸਿਹਤ ਨਾਲ, ਖਾਸ ਕਰਕੇ ਰੀੜ੍ਹ ਦੀ ਹੱਡੀ ਨਾਲ ਅਸੀਂ ਖਿਲਵਾੜ ਨਾ ਕਰੀਏ। ਜੀ, ਮੈਂ ਤਾਂ ਇਹੀ ਗੱਲ ਕਹੂੰਗਾ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ, ਕਿਉਂਕਿ ਇਹ ਵੀ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ, ਆਮ ਰੇਟਾਂ ਦੇ ਵਿੱਚ ਹੀ ਹੈਗਾ। ਅਸੀਂ 7-8 ਹਜ਼ਾਰ ਰੁਪਏ ਦਾ ਮਾਰਕੀਟ ਦੇ ਵਿੱਚ ਕੋਈ ਵੀ ਕਿਸੇ ਵੀ ਕੰਪਨੀ ਦਾ ਗੱਦਾ ਲੈਂਦੇ ਹੈਗਾ ਤਾਂ 7-8 ਹਜ਼ਾਰ ਰੁਪਏ ਦਾ ਪਰਚੇਜ ਕਰਦੇ ਹੀ ਹੈਗੇ ਆ। ਇਹਦੀ ਵੀ ਜਿਹੜੀ ਰੇਂਜ ਹੈਗੀ ਆ ਉਹ 6000 ਤੋਂ ਸਟਾਰਟਿੰਗ ਹੋ ਜਾਂਦੀ ਹੈਗੀ ਆ। 6000 ਤੋਂ ਹੀ? ਬਿਲਕੁਲ 6000 ਤੋਂ ਹੀ ਸਟਾਰਟ ਹੋ ਜਾਂਦੀ ਆ। ਬਸ ਉਹਦਾ ਕੀ ਫਰਕ ਕੀ ਹੈਗਾ, ਜਿੱਦਾਂ ਕਿ ਮਤਲਬ ਕਿ 4 ਇੰਚੀ ਆ ਗਏ, ਉਸ ਤੋਂ ਬਾਅਦ 5 ਇੰਚੀ ਮੋਟਾਈ 'ਚ ਆ ਗਏ ਜੀ, ਫਿਰ 6 ਇੰਚੀ ਆ ਗਏ। ਉਹਦੇ ਮੁਤਾਬਕ 1000-2000 ਰੁਪਏ ਦਾ ਫਰਕ ਪੈ ਰਿਹਾ ਹੈਗਾ ਤੇ ਆਮ ਨਾਰਮਲ ਰੇਟਾਂ ਦੇ ਵਿੱਚ ਹੀ ਹੈਗੇ ਆ। ਕੁਆਲਿਟੀ ਬੈਸਟ ਹੈਗੀ ਆ ਜੀ। ਅੱਛਾ ਵੈਦ ਜੀ, ਜਿਹੜਾ ਜਿਸ ਤਰੀਕੇ ਨਾਲ ਤੁਸੀਂ ਇੰਚੀਜ਼ ਰੱਖੇ ਨੇ 5 ਇੰਚ 6 ਇੰਚ 7 ਇੰਚ ਤੱਕ, ਤੇ ਇਹ ਇੰਚਾਂ ਦਾ ਕੀ ਹਿਸਾਬ ਹੁੰਦਾ ਹੈ? ਫਿਰ ਲੋਕਾਂ ਨੂੰ ਇਸ ਗੱਲ ਵੀ ਸਾਨੂੰ ਜਾਗਰੂਕ ਕਰਨਾ ਪੈਣਾ। ਬਿਲਕੁਲ, ਇੰਚਾਂ ਦਾ ਕੋਈ ਬਹੁਤ ਜ਼ਿਆਦਾ ਵਜ਼ਨ ਦੇ ਹਿਸਾਬ ਨਾਲ ਕੋਈ ਹੁੰਦਾ? ਨਹੀਂ। ਇੰਚਾਂ ਦੀ ਜਿਹੜੀ ਮੋਟਾਈ ਆ, ਥਿਕਨੈਸ ਆ, ਮੋਸਟਲੀ ਸਟੈਂਡਰਡ ਲਾਈਫ ਦਾ ਸਟੈਂਡਰਡ ਅੱਜ ਕੱਲ੍ਹ ਕੀ ਹੈ ਕਿ ਬੈੱਡ ਜਿਹੜੇ ਆ ਉਹ ਨੀਵੇਂ ਚੱਲ ਪਏ ਆ। ਜੀ। ਉਹਨਾਂ ਦੇ ਉੱਪਰ ਲਗਜ਼ਰੀ ਬੰਦੇ ਨੇ ਕਰੋੜਾਂ ਰੁਪਏ ਕੋਠੀ ਤੇ ਲਾਇਆ ਹੋਇਆ, ਕਮਰੇ ਦੇ ਵਿੱਚ ਵੀ ਲੱਖਾਂ ਰੁਪਏ ਲਾ ਕੇ ਡੈਕੋਰੇਟ ਕਰਵਾਇਆ ਹੋਇਆ, ਤਾਂ ਉਹਨੂੰ ਬਿਊਟੀਫਾਈ ਕਰਨ ਲਈ ਗੱਦੇ ਥੋੜ੍ਹੇ ਜਿਹੇ ਮੋਟੇ ਹੋਣ ਤਾਂ ਉਹ ਸੋਹਣੇ ਲੱਗਦੇ ਆ। ਪਹਿਲਾ ਤਾਂ ਪੁਆਇੰਟ ਬਿਊਟੀ। ਜੇ ਬੰਦੇ ਕੋਲੇ ਬਜਟ ਥੋੜ੍ਹਾ ਵਾ ਤਾਂ ਕੋਈ ਗੱਲ ਨਹੀਂ, ਨਾਰਮਲ ਗੱਦੇ ਲੈ ਕੇ ਚਲਾ ਸਕਦਾ। ਕੰਫਰਟ ਜ਼ੋਨ ਦੇ ਵਿੱਚ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ। ਤੇ ਦੂਸਰਾ ਹੈਗਾ ਜੀ ਜਿਹੜੇ ਕਵਰ ਦੀ ਕੁਆਲਿਟੀ ਆ, ਜਿਹੜਾ ਉੱਪਰ ਕਵਰ ਆ, ਇਹ ਵੀ ਮਤਲਬ
3 ਤੋਂ ਲੈ ਕੇ 5000 ਰੁਪਏ ਤੱਕ ਦਾ ਇਕੱਲੇ ਕਵਰ ਹੀ ਲੱਗ ਜਾਂਦੇ ਨੇ। ਕਵਰਾਂ ਦੀ ਕੁਆਲਿਟੀ ਦਾ ਵੀ ਅੰਤਰ ਆਉਂਦਾ। ਇੱਕ ਥੋੜ੍ਹਾ ਜਿਹਾ ਨੀਚੋਂ ਉੱਪਰ ਦਾ ਜਿਹੜਾ ਕੰਫਰਟ ਜ਼ੋਨ ਆ ਉਹ ਸੇਮ ਰਹਿੰਦਾ, ਨੀਚੋਂ ਸਸਪੈਂਸ਼ਨ ਵਧਾ ਦਿੱਤੀ ਜਾਂਦੀ ਹੈ, ਜਿਵੇਂ ਕਾਰਾਂ ਦੀ ਸਸਪੈਂਸ਼ਨ ਹੁੰਦੀ ਹੈ, ਗੱਦੇ ਦੀ ਵੀ ਸਸਪੈਂਸ਼ਨ ਪੈ ਜਾਂਦੀ ਹੈ। ਥੋੜ੍ਹਾ ਜਿਹਾ ਉਹਨੂੰ ਜ਼ਿਆਦਾ ਮਤਲਬ ਜੰਪ ਵਾਲਾ ਗੱਦਾ ਬਣਾਇਆ ਜਾ ਸਕਦਾ। ਹਾਂਜੀ, ਫਲਫੀ ਜ਼ਿਆਦਾ ਹੋ ਜਾਊਗਾ। ਉਹ ਇਸ ਤਰ੍ਹਾਂ ਦੇ ਥੋੜ੍ਹੇ ਬਹੁਤੇ ਫਰਕ ਹੁੰਦੇ ਆ, ਕੋਈ ਬਹੁਤ ਜ਼ਿਆਦਾ ਨਹੀਂ। ਪਰ ਜਿਨ੍ਹਾਂ ਦਾ ਬਜਟ ਮੀਡੀਅਮ ਹੈਗਾ ਉਹ ਮੀਡੀਅਮ ਗੱਦੇ ਲੈ ਕੇ ਸੇਮ ਕੰਫਰਟ ਲੈ ਸਕਦੇ। ਜੋ ਗੱਦੇ ਕੰਪਨੀਆਂ ਦੇ 20,000 25,000 ਰੁਪਏ ਦੇ ਗੱਦੇ ਨੇ, ਇਹਨਾਂ ਗੱਦਿਆਂ ਦਾ ਕੰਫਰਟ ਜ਼ੋਨ ਬਿਲਕੁਲ ਸੇਮ ਆ। ਨਹੀਂ ਇਹ ਤਾਂ ਨਹੀਂ ਹੋਊਗਾ ਜੀ ਵੀ ਗਰਮੀ ਦੇ ਵਿੱਚ ਕਈ ਗੱਦੇ ਹੈਗੇ ਨੇ ਸੇਕ ਹੀ ਮਾਰੀ ਜਾਂਦੇ ਨੇ, ਸਰਦੀ ਦੇ ਵਿੱਚ ਠੰਡੇ ਰਹਿੰਦੇ ਨੇ, ਇਦਾਂ ਦਾ ਵੀ ਕੁਝ ਹਿਸਾਬ ਹੈ? ਨਹੀਂ, ਇਸ ਤਰ੍ਹਾਂ ਦਾ ਕੋਈ ਕਨਸੈਪਟ ਲੌਜੀਕਲੀ ਤਾਂ ਹੁੰਦਾ ਨਹੀਂ। ਜਿਵੇਂ ਆਪਣੇ ਹੁਣ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਗਰਮ ਗੱਦੇ ਠੰਡੇ ਗੱਦੇ ਜਾਂ 50-50 ਕਹਿ ਦਿੰਦੇ ਆ, ਹੌਟ ਐਂਡ ਕੋਲਡ ਕਹਿ ਦਿੰਦੇ ਆ। ਇਸ ਤਰ੍ਹਾਂ ਦਾ ਕੁਝ ਨਹੀਂ, ਗੱਦਾ ਸਿੰਪਲ ਹੀ ਹੁੰਦਾ। ਇੱਕ ਮਟੀਰੀਅਲ ਆਉਂਦਾ ਜੀ ਜਿਹਦਾ ਨਾਮ ਹੈਗਾ ਈਪੀ ਜਾਂ ਨਿਟਲੋਨ ਬੋਲ ਦਿੰਦੇ ਆ। ਨਿਟਲੋਨ ਵੈਸੇ ਹਿਊਮਨ ਬਾਡੀ ਨੂੰ ਫਿੱਟ ਨਹੀਂ ਹੈ, ਉਹ ਬਾਡੀ ਨੂੰ ਟੱਚ ਨਹੀਂ ਕਰਨੀ ਚਾਹੀਦੀ, ਪਲਾਸਟਿਕ ਦਾ ਕੰਟੈਂਟ ਆ ਉਹ। ਪਰ ਸਾਡੇ ਲੋਕ ਕਹਿੰਦੇ ਜੇ ਅਸੀਂ ਗਰਮ ਠੰਡੇ ਗੱਦੇ ਲਿਆਂਦੇ, ਗਰਮ ਠੰਡੇ ਗੱਦਿਆਂ ਦਾ ਕੋਈ ਕਨਸੈਪਟ ਨਹੀਂ, ਇਹ ਇੱਕੋ ਹੀ ਸਾਈਡ ਇਹਦੀ ਯੂਜ਼ ਕਰਨੀ ਹੁੰਦੀ ਹੈ ਗੱਦੇ ਦੀ। ਜਿਹੜਾ ਇਹਦਾ ਪਰਫੈਕਟ ਡਾਇਨੈਸਟੀ ਆ ਉਹ ਆਪਦਾ ਕੰਮ ਕਰ ਰਹੀ ਹੁੰਦੀ ਆ। ਆਪਣੇ ਆਪ ਕੁਝ ਡਿਗਰੀ ਇਹਦੀ ਘਟਦੀ ਹੈ ਜੀ ਗਰਮੀਆਂ ਦੇ ਵਿੱਚ ਥੋੜ੍ਹੇ ਜਿਹੇ ਠੰਡੇ ਰਹਿੰਦੇ ਆ ਗੱਦੇ, ਸਰਦੀਆਂ ਦੇ ਵਿੱਚ ਥੋੜ੍ਹੇ ਜਿਹੇ ਇਹ ਨੋਰਮਲ ਨਾਲੋਂ ਗਰਮ ਰਹਿੰਦੇ ਆ। ਇਹ ਦੀ ਕੁਆਲਿਟੀ ਹੁੰਦੀ ਆ, ਉਹਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਸਾਈਡ ਨੂੰ, ਸਿੰਗਲ ਸਾਈਡ ਯੂਜ਼ ਗੱਦੇ ਹੈਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਵੈਜੀ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਵੀਡੀਓ ਹੈ ਜਿਨ੍ਹਾਂ ਨੂੰ ਢੂਈ ਨਾਲ ਸੰਬੰਧਿਤ, ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਰਕਲ ਦੇ ਵਿੱਚੋਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਤੱਕ ਇਹ ਜ਼ਰੂਰ ਪਹੁੰਚਦੀ ਕਰ ਦਿਓ। ਹੋ ਸਕਦਾ ਉਹ ਸਾਰੇ ਟੈਸਟ ਕਰਵਾ ਚੁੱਕਿਆ ਹੋਵੇ, ਭਾਂਤ ਦੀਆਂ ਦਵਾਈਆਂ ਖਾ ਚੁੱਕਿਆ ਹੋਵੇ, ਪਰ ਆਖਰੀ ਜਿਹੜਾ ਬ੍ਰਹਮ ਅਸਤਰ ਜਿਹਨੂੰ ਅਸੀਂ ਕਹਿ ਦਈਏ ਕਿ ਗੱਦਿਆਂ ਵਾਲਾ ਉਹਨਾਂ ਨੇ ਨਾ ਚਲਾ ਕੇ ਦੇਖਿਆ ਹੋਵੇ। ਸੋ ਇਸੇ ਉਮੀਦ ਨਾਲ, ਇਸੇ ਆਸ ਨਾਲ ਕਿ ਅੱਛਾ ਇੱਕ ਗੱਲ ਹੋਰ ਗੋਇਲ ਸਾਹਿਬ ਤੋਂ ਅਸੀਂ ਪੁੱਛ ਲੈਂਦੇ ਹਾਂ ਕਿ ਇਹ ਜਿਹੜੀ ਸ਼ਾਪ ਹੈਗੀ ਹੈ ਜੀ, ਅਗਰ ਕਿਸੇ ਨੇ ਲੈਣਾ ਹੋਵੇ, ਇਹ ਸ਼ਾਪ ਕਿੱਥੇ ਹੈ, ਕਿਸ ਵੇਲੇ ਤੱਕ ਇੱਥੇ ਅਵੇਲੇਬਲ ਹੁੰਦੇ ਹੋ ਔਰ ਕਿਵੇਂ ਅਸੀਂ ਲੈ ਕੇ ਜਾ ਸਕਦੇ ਹਾਂ? ਕਿਉਂ ਇਹ ਡਿਲੀਵਰੀ ਦੇ ਸਕਦੇ ਹੋ ਤੁਸੀਂ, ਹੋਮ ਡਿਲੀਵਰੀ ਦੇ ਸਕਦੇ ਹੋ ਅਗਰ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਪਾਸੇ ਮੰਗਵਾਉਣੇ? ਬਿਲਕੁਲ ਦੇ ਸਕਦੇ ਹਾਂ ਜੀ ਹੋਮ ਡਿਲੀਵਰੀ। ਆਪਾਂ ਪੰਜਾਬ ਦੇ ਵਿੱਚ ਕਿਤੇ ਵੀ ਆਪਾਂ ਹੈਗਾ ਤੇ ਇੱਥੇ ਹੋਮ ਡਿਲੀਵਰੀ ਪਹੁੰਚੂਗੀ ਜੀ। ਦੂਸਰੇ ਨੰਬਰ ਤੇ ਆਪਣੀ ਜਿਹੜੀ ਟਾਈਮਿੰਗ ਹੈਗੀ ਆ ਮਾਰਨਿੰਗ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਇਹ ਕਿੱਥੇ ਹੈ, ਸ਼ੋਰੂਮ ਕਿੱਥੇ ਹੈ? ਇਹ ਰਾੜਾ ਸਾਹਿਬ ਜੀ, ਆਪਣੇ ਕਟਾਰੀ ਰੋਡ ਤੇ ਜੋਨੀ ਮੈਡੀਕਲ ਦੇ ਕੋਲ, ਆਪਣੇ ਕਟਾਰੀ ਰੋਡ ਜੀ, ਰਾੜਾ ਸਾਹਿਬ। ਤੇ ਇਹ ਵੈਜੀ ਨਾਲ ਤੁਹਾਡਾ ਸੰਪਰਕ ਕਿਵੇਂ ਹੋਇਆ ਸੀ? ਤੁਹਾਨੂੰ ਵੀ ਕੋਈ ਪ੍ਰੋਬਲਮ ਹੋਈ ਸੀ? ਇਹ ਮੈਨੂੰ ਮੇਰੇ ਮਿਸਿਜ ਨੂੰ ਬੈਕ ਦੀ ਪ੍ਰੋਬਲਮ ਸੀਗੀ ਜੀ। ਉਦੋਂ ਅਸੀਂ ਮੈਡੀਸਨ ਹੀ ਲੈਣ ਗਏ ਸੀ, ਇਹਨਾਂ ਤੋਂ ਮੈਡੀਸਨ ਹੀ ਲੈਣ ਗਏ ਸੀਗੇ ਤੇ ਇਹਨਾਂ ਨੇ ਉਦੋਂ ਤਾਂ ਸਾਨੂੰ ਕਿਹਾ ਤਾਂ ਮੈਡੀਸਨ ਦੇ ਕੇ ਮੋੜਤਾ। ਤੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਉੱਦਾਂ ਵੀ ਸਾਡੇ ਰਿਲੇਸ਼ਨ ਹੈਗੇ ਨੇ ਜੀ, ਤੇ ਉੱਦਾਂ ਇਹਨਾਂ ਨੇ ਕਿਹਾ ਵੀ ਫਿਰ ਕੋਈ ਗੱਲ ਨਹੀਂ, ਤੁਸੀਂ ਹੁਣ ਮੈਡੀਸਨ ਕੰਮ ਚਲਾਓ, ਬਾਅਦ ਵਿੱਚ ਇਹਦਾ ਪੱਕਾ ਸੋਲੂਸ਼ਨ ਕੱਢਾਂਗੇ ਜੀ। ਤੇ ਫਿਰ ਪੱਕਾ ਸੋਲੂਸ਼ਨ ਕੀ ਕੱਢਿਆ? ਪੱਕਾ ਸੋਲੂਸ਼ਨ ਇਹੀ ਆ ਜੀ, ਪਹਿਲਾਂ ਇਹਨਾਂ ਨੇ ਸਾਨੂੰ ਇਹ ਪੀਸ ਦਿੱਤਾ ਜੀ, ਤਾਂ ਅਸੀਂ ਵੇਚਣੇ ਸ਼ੁਰੂ ਕੀਤਾ ਜੀ। ਅੱਛਾ ਲੱਗੇ ਤੁਸੀਂ ਪਹਿਲਾਂ ਆਪ ਅਜ਼ਮਾਏ ਨੇ? ਬਿਲਕੁਲ ਜੀ, ਬਿਲਕੁਲ। ਹਾਂਜੀ। ਤੇ ਹੁਣ ਕਿਵੇਂ ਕਰਦੇ, ਕਿਵੇਂ ਨੇ ਹੁਣ? ਬਿਲਕੁਲ ਠੀਕ ਨੇ ਜੀ, ਹੁਣ ਬਿਲਕੁਲ ਓਕੇ, ਕੋਈ ਮੈਡੀਸਨ ਨਹੀਂ ਚੱਲਦੀ ਉਹਨਾਂ ਦੀ। ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਗੱਦੇ ਨੇ, ਔਰ ਜਿਹੜਾ ਇਸ ਵੇਲੇ ਸਰਾਣੇ ਦੀ ਅਹਿਮੀਅਤ ਔਰ ਗੱਦੇ ਦੀ ਅਹਿਮੀਅਤ ਵੈਦ ਆਨੰਦ ਕੁਮਾਰ ਜੀ ਨੇ ਖਾਸ ਕਰਕੇ ਢੂਈ ਦੇ ਮਰੀਜ਼ਾਂ ਵਾਸਤੇ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਦਰਦ ਹੈ, ਉਹਨਾਂ ਵਾਸਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਔਰ ਵੈਦ ਆਨੰਦ ਕੁਮਾਰ ਜੀ ਦਾ ਗੱਦਿਆਂ ਵਾਲਾ ਜਿਹੜਾ ਕਨਸੈਪਟ ਹੈਗਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਔਰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਤੁਹਾਡੇ ਸਰਕਲ ਦੇ ਵਿੱਚ ਜਿਨ੍ਹਾਂ ਨੇ ਸਾਰੇ ਟੈਸਟ ਕਰਾ ਲਏ, ਸਾਰੇ ਵੈਦ ਹਕੀਮ ਵੱਡੇ ਹਸਪਤਾਲਾਂ ਤੋਂ ਦਵਾਈਆਂ ਖਾ ਲਈਆਂ, ਪਰ ਇੱਧਰ ਕਦੇ ਧਿਆਨ ਨਹੀਂ ਗਿਆ। ਹੋ ਸਕਦਾ ਉਹਨਾਂ ਦਾ ਧਿਆਨ ਹੈ ਜਿਹੜਾ ਇਸ ਵੱਲ ਚਲਾ ਜਾਵੇ। ਫਿਲਹਾਲ ਜੇਕਰ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਤੁਹਾਡੇ ਪੈਦਾ ਹੁੰਦਾ ਹੈ ਗੱਦਿਆਂ ਨਾਲ ਸੰਬੰਧਿਤ ਜਾਂ ਆਪਣੀ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ, ਤਾਂ ਇੱਕ ਨੰਬਰ ਹੈਗਾ ਵੈਦ ਆਨੰਦ ਕੁਮਾਰ ਜੀ ਦਾ, ਉਹ ਅਸੀਂ ਨੀਚੇ ਚਲਾਇਆ ਹੋਇਆ। ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਕਿਸੇ ਵੀ ਵੇਲੇ ਜਿਹੜਾ ਕੰਸਲਟ ਕਰ ਸਕਦੇ ਹੋ ਆਫਿਸ ਟਾਈਮਿੰਗ ਦੇ ਵਿੱਚ। ਤੇ ਇੱਕ ਨੰਬਰ ਅਸੀਂ ਚਲਾ ਰੱਖਿਆ ਇਹਨਾਂ ਦਾ, ਜਿਨ੍ਹਾਂ ਨੇ ਇਹ ਗੱਦੇ ਰੱਖੇ ਨੇ। ਸਭ ਤੋਂ ਪਹਿਲੀ ਫਰੈਂਚਾਈਜ਼ੀ ਹੈਗੀ ਹੈ ਵੈਦ ਆਨੰਦ ਕੁਮਾਰ ਜੀ ਨੇ, ਜਿਨ੍ਹਾਂ ਨੂੰ ਇਹ ਆਪਣਾ ਡਿਜ਼ਾਈਨ ਤਿਆਰ ਕਰਵਾ ਕੇ ਦਿੱਤਾ ਹੈ। ਉਹਨਾਂ ਦਾ ਨੰਬਰ ਵੀ ਨਾਲੋਂ ਨਾਲ ਚੱਲ ਰਿਹਾ। ਸੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।